ਚੀਨ ਕੁਝ ਨਾ ਕੁਝ ਛੁਪਾ ਰਿਹਾ ਜੀ ਛੁਪਾਉਣ ਦੀ ਤਾਂ ਉਹਨਾਂ ਦੀ ਆਦਤ ਹੈ। ਦੁਨੀਆ ਇਕੱਠੀ ਹੋਵੇ ਤੇ ਉਹ ਚੀਨ ਤੇ ਦਬਾਅ ਪਾਵੇ, ਭਾਈ ਇਸ ਗੱਲ ਦਾ ਸਾਨੂੰ ਜਵਾਬ ਦਿਓ। ਟੀਕੇ ਅਸੀਂ ਦੁਨੀਆ ਨੂੰ ਵੰਡਣੇ ਸ਼ੁਰੂ ਕਰ ਦਿੱਤੇ ਤੇ ਫਿਰ ਜਦੋਂ ਸਾਨੂੰ ਆਪੂ ਨੂੰ ਲੋੜ ਪਈ ਤੇ ਅਸੀਂ ਫਿਰ ਭੱਜੇ। ਇਹ ਥੋੜੋ ਜਿਵੇਂ ਸ਼ੋਲੇ ਫਿਲਮ ਦਾ ਡਾਇਲੋਗ ਹੈ, ਕਹਿੰਦੇ ਜੀ ਕਿ ਮੈਨੂੰ ਗੱਬਰ ਚਾਹੀਦਾ ਜਿਉਂਦਾ। ਠਾਕੁਰ ਸਾਹਿਬ ਗੱਬਰ ਕੋਈ ਬੱਕਰੀ ਦਾ ਬੱਚਾ ਥੋੜੀ ਹੈ, ਦੌੜੇ ਔਰ ਪਕੜ ਲਿਆ। ਤੁਹਾਡੇ ਆਗੂਆਂ ਦੀਆਂ ਫੋਟੋਆਂ ਟਾਈਮ ਮੈਗਜ਼ੀਨ ਦੇ ਕਵਰ ਦੇ ਉੱਪਰ ਲੱਗਦੀਆਂ ਰਹੀਆਂ, ਚੰਗੀ ਸਾਇੰਸ ਦੇ ਵਿੱਚ ਤੇ ਮਾੜੀ ਸਾਇੰਸ ਵਿੱਚ। ਝੱਗਾ ਚੁੱਕਿਆ ਆਪਦਾ ਢਿੱਡ ਨੰਗਾ ਹੁੰਦਾ ਤੇ ਉਹ ਕਿਉਂ ਨੰਗਾ ਕਰਨਗੇ ਆਪਦਾ ਢਿੱਡ? ਉੱਥੇ ਰਾਜਪਾਲ ਦਾ ਤੇ ਵਿਰੋਧੀ ਧਿਰ ਦੇ ਆਗੂ ਦਾ ਕੀ ਕੰਮ ਹੈ? ਨਰਿੰਦਰ ਮੋਦੀ ਨੂੰ ਮੈਂ ਸਮਝਦਾ ਕਿ ਇੱਕ ਵਾਰੀ ਫਿਰ ਠਿੱਪੀ ਲਾਉਣ ਦੇ ਵਿੱਚ ਮਮਤਾ ਬੈਨਰਜੀ ਸਫਲ ਹੋਈ ਹੈ। ਉਹਨਾਂ ਨੂੰ ਤੇ ਵਿਚਾਰਿਆਂ ਨੂੰ ਪਿੱਸੂ ਪੈ ਜਾਣਗੇ ਕਿ ਅਸੀਂ ਹੁਣ ਕੀ ਕਰਾਂਗੇ, ਇੰਨੀ ਵੱਡੀ ਕੰਪਨੀ ਆ ਰਹੀ ਹੈ ਤੇ ਸਾਨੂੰ ਸਾਰਿਆਂ ਨੂੰ ਖਾ ਜਾਵੇਗੀ। ਪਾਕਿਸਤਾਨ ਵਿੱਚ ਫੌਜ ਦਾ ਬਹੁਤ ਜ਼ਿਆਦਾ ਬੋਲਬਾਲਾ ਰਿਹਾ ਤੇ ਹੈ। ਸੁਰਜੀਤ ਕੁਮਾਰ ਗਿਆਨੀ ਜਿਨ੍ਹਾਂ ਨੇ ਪਹਿਲਾਂ ਇੱਕ ਵਾਰੀ ਗੱਲ ਸਿਆਣੀ ਕੀਤੀ ਸੀ, ਇਹ ਮਿਲ ਕੇ ਆਏ ਨੇ ਉੱਥੇ ਤੇ ਪਤਾ ਨਹੀਂ ਇਹਨਾਂ ਦੇ ਕੰਨ ਦੇ ਵਿੱਚ ਕਿਹੜੀ ਫੂਕ ਵੱਜੀ ਹੈ। ਰਾਜੇਵਾਲ ਦੇ ਖਿਲਾਫ ਬੋਲਣ ਕਰਕੇ ਇਹ ਚੈਲੰਜ ਦਿੱਤਾ ਗਿਆ ਕਿ ਤੁਸੀਂ ਹੁਣ ਕਿਸੇ ਪਿੰਡ 'ਚ ਵੜ ਕੇ ਵਿਖਾਓ। ਸਵਾਮੀ ਰਾਮਦੇਵ ਨੂੰ ਇਸ ਵੇਲੇ ਵਿਵਾਦਿਤ ਟਿੱਪਣੀਆਂ ਕਰਕੇ ਮੀਡੀਆ 'ਚ ਛਾਏ ਰਹਿਣ ਦਾ ਬਹੁਤ ਮਾਂ ਚੜਿਆ ਹੋਇਆ। ਕਦੇ ਕੁਛ ਕਹਿ ਦਿੰਦੇ ਨੇ, ਕਦੇ ਕੁਛ ਕਹਿ ਦਿੰਦੇ ਨੇ, ਟਲਦੇ ਨਹੀਂ। ਸਾਰੀਆਂ ਮਨ ਘੜਤ ਬੇਥਵੀਆਂ ਗੱਲਾਂ ਜਿਹੜੀਆਂ ਬਾਬਾ ਰਾਮਦੇਵ ਇਸ ਵੇਲੇ ਕਰ ਰਹੇ ਨੇ। ਸਤਿ ਸ੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਕਰੋਨਾ ਵਾਇਰਸ ਦੀ ਉਤਪਤੀ ਕਿੱਥੇ ਹੋਈ, ਕਿੱਥੋਂ ਫੈਲਿਆ, ਕਿਉਂ ਫੈਲਿਆ? ਮੋਦੀ ਨੇ ਕੱਲ ਜਿਹੜੀ ਮਨ ਕੀ ਬਾਤ ਕੀਤੀ ਹੈ ਉਹਦੇ ਵਿੱਚ ਆਪਣੇ ਹੀ ਰਾਗ ਅਲਾਪੇ ਨੇ, ਕਿਹੜੇ-ਕਿਹੜੇ ਸੋਲੇ ਗਾਏ ਨੇ। ਸਿੱਧੂ ਅਤੇ ਕੈਪਟਨ ਦੀ ਗੱਲ ਕਿਸੇ ਤਣ ਪੱਤਣ ਲੱਗੇਗੀ ਜਾਂ ਨਹੀਂ? ਕਿਸਾਨ ਆਗੂ ਤੇ ਭਾਜਪਾ ਆਗੂ ਇਸ ਵੇਲੇ ਕਿਹੜੀ ਗੱਲੋਂ ਆਮੋ ਸਾਹਮਣੇ ਨੇ? ਇਹ ਸਾਰੇ ਸਵਾਲਾਂ ਦੇ ਜਵਾਬ ਜਾਣਾਂਗੇ ਅੱਜ ਆਪਣੇ ਐਕਸਪਰਟ ਕੋਲੋਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਮੇਰੇ ਨਾਲ ਇਸ ਵੇਲੇ ਨੇ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਭੀ। ਕੁਲਦੀਪ ਜੀ, ਜਿਵੇਂ ਪ੍ਰੋਗਰਾਮ ਦੀ ਸ਼ੁਰੂਆਤ 'ਚ ਮੈਂ ਗੱਲ ਕੀਤੀ ਹੈ ਕਿ ਬੜੇ ਲੋਕਾਂ ਦੇ ਮਨਾਂ ਦੇ ਸਵਾਲ ਨੇ ਤੇ ਸੋਸ਼ਲ ਮੀਡੀਆ ਤੇ ਜਾਂ ਦੂਜੇ ਮੀਡੀਆ ਤੇ ਵੀ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਅਕਸਰ ਕਰੋਨਾ ਵਾਇਰਸ ਆਇਆ ਕਿੱਥੋਂ। ਤੇ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਸੱਚਾਈ ਕੀ ਹੈ, ਕੀ ਸੱਚਮੁੱਚ ਹੀ ਕਰੋਨਾ ਵਾਇਰਸ ਚੀਨ ਤੋਂ ਆਇਆ ਹੈ? ਇਸ ਗੱਲ ਦੇ ਵਿੱਚ ਤਾਂ ਕੋਈ ਸ਼ੱਕ ਹੀ ਨਹੀਂ। ਚੀਨ ਦੇ ਵਿੱਚੋਂ ਆਇਆ ਤੇ ਵੁਹਾਨ ਸ਼ਹਿਰ ਦੇ ਵਿੱਚੋਂ ਆਇਆ, ਇਸ ਗੱਲ ਵਿੱਚ 1% ਵੀ ਸ਼ੱਕ ਨਹੀਂ। ਹੁਣ ਅਗਲੀ ਗੱਲ ਇਹ ਹੈ ਕਿ ਕੀ ਉਹਨਾਂ ਨੇ ਜਾਣਬੁੱਝ ਕੇ ਲੈਬ ਦੇ ਵਿੱਚ ਤਿਆਰ ਕੀਤਾ ਸੀ, ਇਸ ਬਾਰੇ ਸ਼ੰਕੇ ਨੇ ਜੀ। ਪਰ ਜਿਨ੍ਹਾਂ ਗੱਲਾਂ ਦੇ ਕਰਕੇ ਸ਼ੰਕੇ ਨੇ ਉਹ ਆਧਾਰ ਕਾਫੀ ਮਜ਼ਬੂਤ ਨੇ। ਜੇ ਉਹਨਾਂ ਨੂੰ ਵੇਖ ਲਈਏ ਤੇ ਫਿਰ ਤੁਹਾਨੂੰ ਸ਼ੱਕ ਹੋ ਜਾਂਦੀ ਹੈ ਕਿ ਕੁਛ ਨਾ ਕੁਛ ਹੈ ਜੀ। ਅਮਰੀਕਾ ਦੇ ਵਿੱਚ ਇੱਕ ਪੱਤਰਕਾਰ ਨੇ ਇੱਕ ਖੋਜ ਛਾਪੀ ਜਿਸ ਦੇ ਵਿੱਚ ਇਹ ਗੱਲ ਆਖੀ ਕਿ ਇਹ ਵੁਹਾਨ ਸ਼ਹਿਰ ਦੀ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਲੈਬ ਦੇ ਵਿੱਚ ਤਿਆਰ ਕੀਤਾ ਹੋਇਆ ਵਾਇਰਸ ਸੀ, ਜਿਹੜਾ ਦੁਨੀਆ ਭਰ ਦੇ ਵਿੱਚ ਫੈਲਿਆ ਜੀ ਤੇ ਦੁਨੀਆ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਮਹਾਮਾਰੀ ਦਾ ਰੂਪ ਧਾਰਨ ਕਰ ਲਿਆ। ਹੁਣ ਸੰਡੇ ਟਾਈਮਜ਼ ਨਾਂ ਦੀ ਬ੍ਰਿਟਨ ਦੀ ਇੱਕ ਪੱਤਰਿਕਾ ਹੈ, ਉਹਨਾਂ ਨੇ ਵੀ ਇਹੋ ਗੱਲ ਆਖੀ ਹੈ। ਕਈ ਹੋਰ ਸੋਰਸਿਸ ਨੇ ਗਾਹੇ ਬਗਾਹੇ ਗੱਲ ਇਹ ਨਹੀਂ ਕਿ ਪਹਿਲੀ ਵਾਰੀ ਹੋਈ ਹੈ ਸਵਲੀਨ ਜੀ, ਇਸ ਤੋਂ ਪਹਿਲਾਂ ਵੀ ਨਿਕਲਦੀ ਰਹੀ ਹੈ। ਪਿਛਲੇ ਸਾਲ ਪੰਜਾਬ ਦੇ ਵਿੱਚ ਇੱਕ ਵਿਦਵਾਨ ਨੇ ਗੱਲ ਆਖ ਦਿੱਤੀ ਸੀ ਕਿ ਚੀਨ ਨੇ ਖੁਦ ਇਹ ਵਾਇਰਸ ਤਿਆਰ ਕੀਤਾ ਕਿ ਕਿਉਂਕਿ ਚੀਨ ਦੁਨੀਆ ਭਰ ਦੇ ਵਿੱਚ ਵਿਸਥਾਰ ਕਰ ਰਿਹਾ, ਆਪਣੀਆਂ ਨੀਤੀਆਂ ਨੂੰ, ਆਪਣੇ ਸਮਾਨ ਨੂੰ, ਆਪਣੀਆਂ ਆਰਥਿਕ ਨੀਤੀਆਂ ਨੂੰ ਸਾਰੀਆਂ ਦੁਨੀਆ ਤੇ ਥੋਪਣਾ ਚਾਹੁੰਦਾ ਤੇ ਵਿਸ਼ਵ ਦੀ ਇੱਕ ਵੱਡੀ ਤੋਂ ਵੱਡੀ ਤਾਕਤ ਬਣਨਾ ਚਾਹੁੰਦਾ ਤੇ ਉਸ ਲਈ ਉਹ ਕੁਝ ਵੀ ਹੱਥਕੰਡੇ ਅਪਣਾ ਸਕਦਾ। ਹੁਣ ਕੀ ਇਸ ਮਨਸ਼ੇ ਜਾਂ ਇਸ ਮਕਸਦ ਦੇ ਨਾਲ ਇਹ ਵਾਇਰਸ ਜਿਹੜਾ ਸੀ ਵੁਹਾਨ ਦੀ ਇੰਸਟੀਚਿਊਟ ਆਫ ਵਾਇਰੋਲੋਜੀ ਦੇ ਵਿੱਚ ਤਿਆਰ ਕੀਤਾ ਗਿਆ ਕਿ ਆਹ ਵਾਇਰਸ ਅਸੀਂ ਤਿਆਰ ਕਰ ਲਿਆ, ਇਹਦਾ ਹੁਣ ਇਲਾਜ ਵੀ ਅਸੀਂ ਤੇ ਤਿਆਰ ਕਰ ਲਈਏ ਤੇ ਅਸੀਂ ਆਪਣੇ ਲੋਕਾਂ ਦਾ ਇਲਾਜ ਇਹਨੂੰ ਕਿਸੇ ਨਾ ਕਿਸੇ ਤਰੀਕੇ ਟੀਕੇ ਲਾ ਕੇ ਜਾਂ ਦਵਾਈਆਂ ਨਾਲ ਕਰ ਲਵਾਂਗੇ ਤੇ ਜਦੋਂ ਦੁਨੀਆ ਵਿੱਚ ਫੈਲ ਜਾਵੇਗਾ ਤੇ ਸਾਰੀ ਦੁਨੀਆ ਦਾ ਪੱਠਾ ਬੈਠ ਜਾਵੇਗਾ। ਕੀ ਇਹ ਗੱਲ ਸੱਚ ਹੋ ਸਕਦੀ ਹੈ? ਹੁਣ ਇਹਨਾਂ ਗੱਲਾਂ ਬਾਰੇ ਮੈਂ ਦੋ ਕੁ ਤੱਥ ਜਿਹੜੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਾਂਗਾ। ਇੱਕ ਤੇ ਇਹ ਕਿ ਇਸ ਗੱਲ ਦਾ ਸਾਰਿਆਂ ਨੂੰ ਪਤਾ ਹੈ ਕਿ ਸਮੁੰਦਰੀ ਜੀਵ ਦੁਨੀਆ ਭਰ ਦੇ ਵਿੱਚ ਬਹੁਤ ਦੇਸ਼ਾਂ ਦੇ ਵਿੱਚ ਖਾਏ ਜਾਂਦੇ ਨੇ। ਭਾਰਤ ਦੇ ਵਿੱਚ ਮੱਛੀ ਜਾਂ ਕੋਈ ਹੋਰ ਕੇਕੜੇ ਵਗੈਰਾ ਜਾਂ ਇਹੋ ਜਿਹੀ ਚੀਜ਼ਾਂ ਹੋ ਸਕਦੀਆਂ ਨੇ, ਪਰ ਜਾਪਾਨ ਹੈ, ਹੋਰ ਅਣਗਿਣਤ ਮੁਲਕ ਨੇ ਜਿਨ੍ਹਾਂ ਵਿੱਚ ਚੀਨ ਵੀ ਸ਼ਾਮਲ ਹੈ, ਜਿੱਥੇ ਬਹੁਤ ਵੱਡਾ ਇਸ ਗੱਲ ਦਾ ਵਪਾਰ ਹੈ। ਸਮੁੰਦਰੀ ਜੀਵਾਂ ਦਾ ਨੂੰ ਫੜਿਆ ਜਾਂਦਾ ਹੈ, ਕੱਢਿਆ ਜਾਂਦਾ ਹੈ ਤੇ ਉਹਨਾਂ ਨੂੰ ਕਈ ਸਟੋਰ ਇਹੋ ਜਿਹੇ ਵੀ ਨੇ ਉੱਤਰੀ ਅਮਰੀਕਾ ਦੇ ਵਿੱਚ ਜਿੱਥੇ ਉਹਨਾਂ ਨੂੰ ਜੀਵਿਤ ਰੱਖਿਆ ਜਾਂਦਾ, ਪਾਣੀਆਂ ਦੇ ਵਿੱਚ ਪਾ ਕੇ ਤੇ ਫਿਰ ਕਸਟਮਰ ਨੂੰ ਫੜ ਕੇ ਉੱਥੋਂ ਦਿੱਤਾ ਜਾਂਦਾ। ਹੁਣ ਇਹੋ ਜਿਹੀਆਂ ਚੀਜ਼ਾਂ ਦੇ ਨਾਂ ਵੀ ਆਉਂਦੇ ਨੇ, ਇਹ ਜੇ ਇਹੋ ਜਿਹੀਆਂ ਚੀਜ਼ਾਂ ਵੀ ਖਾਧੀਆਂ ਜਾਂਦੇ ਨੇ ਦੁਨੀਆ ਵਿੱਚ, ਜਿਨ੍ਹਾਂ ਨੂੰ ਸੁਣ ਕੇ, ਜਿਨ੍ਹਾਂ ਦੇ ਬਾਰੇ ਦੇਖ ਕੇ ਭਾਰਤੀ ਲੋਕ ਜਿਹੜੇ ਨੇ ਉਹ ਨੱਕ ਚਾੜਨ ਦੀ ਕੋਸ਼ਿਸ਼ ਕਰਦੇ ਨੇ
ਕਿ ਇਹ ਚੀਜ਼ਾਂ ਖਾਣ ਵਾਲੀਆਂ ਥੋੜ੍ਹੋ ਨੇ। ਸਮੁੰਦਰੀ ਜੀਵਾਂ ਦੀ ਸਭ ਤੋਂ ਵੱਡੀ ਮੰਡੀ ਹੈ ਵੁਹਾਨ, ਤੇ ਵੁਹਾਨ ਜਿੱਥੇ ਇਹ ਮੰਡੀ ਹੈ ਉਸ ਤੋਂ ਥੋੜ੍ਹੀ ਕੁ ਕਿਲੋਮੀਟਰ ਦੂਰ ਇਹ ਜਿਹੜਾ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਹੈ ਇਹ ਉਹ ਹੈ। ਉਹ ਕੀ ਹੋ ਸਕਦਾ ਹੈ ਕਿ ਉਸ ਇੰਸਟੀਚਿਊਟ ਦੇ ਵਿੱਚ ਇਹ ਵਾਇਰਸ ਜਿਹੜਾ ਹੈ ਉਹ ਉੱਥੇ ਮੌਜੂਦ ਹੋਵੇ। ਹੁਣ ਇਹ ਗੱਲ ਤੇ ਪੱਕੀ ਹੈ ਕਿ ਇਹ ਦੋਨੋਂ ਚੀਜ਼ਾਂ ਇੱਕੋ ਜਗ੍ਹਾ ਨੇ। ਹੁਣ ਇੱਕ ਗੱਲ ਹੋਰ ਆ ਗਈ ਹੈ, ਉਹ ਇਹ ਹੈ ਕਿ ਪਿਛਲੇ 10 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਵੁਹਾਨ ਇੰਸਟੀਚਿਊਟ ਵਾਲੇ ਜਿਹੜੇ ਨੇ ਉਹ ਚਮਗਿੱਦੜਾਂ ਦੇ ਵਿੱਚ ਕਰੋਨਾ ਵਾਇਰਸ ਹੋਣ ਦੇ ਬਾਰੇ ਜਿਹੜੇ ਸੀ ਉਹ ਖੋਜ ਕਰ ਰਹੇ ਸਨ। ਹੁਣ ਇਹ ਵੀ ਆਖਿਆ ਜਾ ਰਿਹਾ ਕਿ ਵਾਇਰਸ, ਇਹ ਵੀ ਇੱਕ ਮਾਹਿਰ ਨੇ ਉੱਥੋਂ ਦੇ ਨੇ ਗੱਲ ਕਹਿ ਦਿੱਤੀ ਕਿ ਖੋਜ ਵਾਕਿਆ ਹੀ ਚੱਲ ਰਹੀ ਸੀ ਚਮਗਿੱਦੜਾਂ ਦੇ ਬਾਰੇ ਜਾਂ ਹੋਰ ਜੰਗਲੀ ਜਾਨਵਰਾਂ ਦੇ ਬਾਰੇ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਵਾਇਰਸ ਅਸੀਂ ਖੁਦ ਤਿਆਰ ਕੀਤਾ ਗਿਆ ਹੋਵੇ। ਇਹ ਹੋ ਸਕਦਾ ਹੈ ਕਿ ਜੰਗਲੀ ਜਾਨਵਰਾਂ ਦੇ ਵਿੱਚੋਂ ਜਗ੍ਹਾ ਤੋਂ ਇਕੱਠਾ ਕਰਕੇ ਉੱਥੇ ਰੱਖਿਆ ਗਿਆ ਹੋਵੇ ਤੇ ਉੱਥੋਂ ਕਿਸੇ ਤਰੀਕੇ ਨਾਲ ਐਸਕੇਪ ਹੋ ਗਿਆ, ਨਿਕਲ ਗਿਆ ਤੇ ਹੁਣ ਸਾਰੀ ਦੁਨੀਆ ਨੂੰ ਇਸਨੇ ਘੇਰ ਲਿਆ। ਹੁਣ ਇਸ ਗੱਲ ਦੀ ਜਿਹੜੀ ਆਵਾਜ਼ ਉਠਾਈ ਗਈ ਹੈ ਇਹ ਕਿਸੇ ਛੋਟੇ-ਮੋਟੇ ਵਿਅਕਤੀ ਵੱਲੋਂ ਨਹੀਂ, ਭਾਰਤ ਵਾਲੇ ਵੀ ਆਵਾਜ਼ ਉਠਾ ਰਹੇ ਨੇ। ਭਾਰਤ ਵਾਲੇ ਕਹਿ ਰਹੇ ਨੇ ਕਿ ਦੇਖੋ ਇਹ ਗੱਲ ਜਿਹੜੀ ਹੋਈ ਹੈ ਇਹ ਜਾਂਚ ਹੋਣੀ ਚਾਹੀਦੀ ਹੈ, ਇਸ ਬਾਰੇ ਪਤਾ ਲੱਗਣਾ ਚਾਹੀਦਾ। ਇਸ ਤੋਂ ਬਾਅਦ ਭਾਰਤ ਵਾਲੇ ਕਰ ਵੀ ਕੁਝ ਨਹੀਂ ਸਕਦੇ। ਪਰ ਜਿਹੜੀ ਵੱਡੀ ਆਵਾਜ਼ ਉਠਾਈ ਹੈ ਉਹ ਹੁਣ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਉਠਾਈ ਹੈ। ਉਹਨਾਂ ਨੇ ਜਾਂਚ ਦੀ ਮੰਗ ਕੀਤੀ ਹੈ। ਪਹਿਲਾਂ ਵੀ WHO ਵਰਲਡ ਹੈਲਥ ਆਰਗੇਨਾਈਜੇਸ਼ਨ, ਵਿਸ਼ਵ ਸਿਹਤ ਸੰਗਠਨ ਦੀ ਟੀਮ ਇੱਕ ਉੱਥੇ ਜਾ ਕੇ ਆਈ ਹੈ ਵੁਹਾਨ। ਉਹਨਾਂ ਨੇ ਕਾਫੀ ਲੰਬਾ ਸਮਾਂ ਲਿਆ, ਉਹਨਾਂ ਨੇ ਆਪਣੀ ਰਿਪੋਰਟ ਵੀ ਪ੍ਰਕਾਸ਼ਿਤ ਕੀਤੀ ਹੈ। ਇਹ ਗੱਲ ਉਹਨਾਂ ਨੇ ਸਵਲੀਨ ਜੀ ਜਿਹੜਾ ਤੁਸੀਂ ਪਹਿਲਾਂ ਸਵਾਲ ਪੁੱਛਿਆ ਸੀ ਲਿਖ ਦਿੱਤੀ ਉਸ ਦੇ ਵਿੱਚ ਕਿ ਇਹ ਵੁਹਾਨ ਤੋਂ ਹੀ ਨਿਕਲਿਆ ਵਾਇਰਸ ਹੈ, ਪਰ ਇਸ ਗੱਲ ਦੇ ਕੋਈ ਪੁਖਤਾ ਸਬੂਤ ਨਹੀਂ ਕਿ ਉਹਨਾਂ ਦੀ ਲੈਬ ਦੇ ਵਿੱਚੋਂ ਨਿਕਲਿਆ ਤੇ ਜਾਂ ਉਹਨਾਂ ਨੇ ਆਪ ਤਿਆਰ ਕੀਤਾ ਸੀ। ਹੁਣ ਇਹ ਤਾਂ ਗੱਲ ਪੱਕੀ ਹੈ ਕਿ ਸੋਰਸ ਉੱਥੋਂ ਹੀ ਹੈ। ਹੁਣ ਇਸ ਗੱਲ ਦੇ ਜਿਹੜੇ ਸੰਪਰਕ ਨੇ ਉਹ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਇਹ ਹੋ ਸਕਦਾ ਹੈ, ਕਿਸ ਤਰ੍ਹਾਂ ਲੈਬ ਦੇ ਵਿੱਚ ਤਿਆਰ ਹੋ ਸਕਦੇ ਨੇ। ਜੋ ਬਾਈਡਨ ਹੁਣ ਕਿਹੜੀ ਕਮੇਟੀ ਬਣਾਉਂਦੇ ਨੇ ਤਾਂ ਕਿਹਨੂੰ ਉੱਥੇ ਭੇਜਦੇ ਨੇ, ਇਸ ਗੱਲ ਦੇ ਅਜੇ ਕੋਈ ਇਸ ਗੱਲ ਦੇ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ, ਲੇਕਿਨ ਇਹ ਹੋਵੇਗਾ। ਹੁਣ ਕੁਝ ਮਾਹਰਾਂ ਨੇ ਇਹ ਗੱਲ ਆਖੀ ਹੈ, ਉਹਨਾਂ ਨੇ ਕਿਹਾ ਕਿ ਚੀਨ ਦਾ ਜਿਹੜਾ ਰਵੱਈਆ ਹੈ ਇਸ ਵਾਇਰਸ ਦੇ 2019 ਦੇ ਉਹਨਾਂ ਨੇ ਕਿਹਾ ਕਿ ਅਖੀਰ ਦੇ ਵਿੱਚ ਇਹ ਵਾਇਰਸ ਜਿਹੜਾ ਚੀਨ ਦੇ ਵਿੱਚ ਫੈਲਣਾ ਸ਼ੁਰੂ ਹੋਇਆ, ਖਾਸ ਤੌਰ ਤੇ ਵੁਹਾਨ ਦੇ ਵਿੱਚ। ਤੇ ਹੁਣ ਜਦੋਂ ਕਿ ਸਾਰੀ ਦੁਨੀਆ ਵਿੱਚ ਫੈਲ ਚੁੱਕਾ ਹੈ ਤੇ ਉਸ ਤੋਂ ਬਾਅਦ ਜਿਹੜਾ ਚੀਨ ਦਾ ਰਵੱਈਆ ਹੈ, ਖਾਸ ਤੌਰ ਤੇ ਉਹਨਾਂ ਵੱਲੋਂ ਜਾਣਕਾਰੀ ਨਾ ਦੇਣ ਦੀ ਕੋਸ਼ਿਸ਼ ਤੇ ਉੱਥੇ ਗਈਆਂ ਹੋਈਆਂ ਜਾਂਚ ਟੀਮਾਂ ਨੂੰ ਪ੍ਰੋਪਰ ਜਿਹੜਾ ਸਹਿਯੋਗ ਹੈ, ਪੂਰਨ ਸਹਿਯੋਗ ਹੈ ਉਹ ਨਾ ਦੇਣਾ ਤੇ ਮੌਤਾਂ ਦੀ, ਕੇਸਾਂ ਦੀ, ਇਲਾਜ ਦੀ ਅਤੇ ਆਪਣੇ ਟੀਕਿਆਂ ਦੀ ਪ੍ਰੋਪਰ ਜਾਣਕਾਰੀ ਦੁਨੀਆ ਨੂੰ ਨਾ ਦੇਣਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਚੀਨ ਕੁਝ ਨਾ ਕੁਝ ਛੁਪਾ ਰਿਹਾ। ਛੁਪਾਉਣ ਦੀ ਤਾਂ ਉਹਨਾਂ ਦੀ ਆਦਤ ਹੈ। ਇੱਕ ਬਹੁਤ ਲੰਬਾ ਸਮਾਂ ਪਹਿਲਾਂ ਇੱਕ ਤਾਇਨਮੈਨ ਸਕੁਏਅਰ ਦੇ ਵਿੱਚ ਕਤਲੇਆਮ ਹੋ ਗਿਆ ਸੀ। ਕਤਲੇਆਮ ਹੁੰਦਾ ਹੈ ਜੋ ਆਮ ਕਤਲ ਹੋ ਜਾਵੇ, ਆਮ ਜਗ੍ਹਾ ਤੇ ਕਿਸੇ ਦਾ ਕਤਲ ਹੋ ਜਾਵੇ, ਆਮ ਜਿਵੇਂ ਕਹਿੰਦੇ ਨੇ ਕਿ ਆਮ ਗੱਲ ਹੋ ਗਈ ਹੈ ਕਤਲੇਆਮ ਆਮ ਜਗ੍ਹਾ ਤੇ। ਉਹ ਕਤਲੇਆਮ ਇਸ ਵਿਦਿਆਰਥੀਆਂ ਦਾ ਹੋਇਆ ਸੀ ਤਾਇਨਮੈਨ ਸਕੁਏਅਰ ਦੇ ਵਿੱਚ। ਜੋ ਵਿਦਿਆਰਥੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਬਾਰੇ ਗੈਰ ਸਰਕਾਰੀ ਅੰਕੜੇ ਇਹ ਕਹਿੰਦੇ ਨੇ ਕਿ 50,000 ਤੋਂ ਵੱਧ ਵਿਦਿਆਰਥੀ ਸੀ ਜਿਨ੍ਹਾਂ ਦੇ ਉੱਪਰ ਟੈਂਕ ਚੜਾ ਕੇ ਉਹਨਾਂ ਨੂੰ ਕੁਚਲ ਦਿੱਤਾ ਗਿਆ ਤੇ ਸਰਕਾਰੀ ਅੰਕੜੇ ਉੱਥੇ ਦੇ ਕੁਝ ਵੀ ਨਹੀਂ। ਸਰਕਾਰੀ ਅੰਕੜਿਆਂ ਦੇ ਵਿੱਚ ਚੀਨ ਨੇ ਕਦੇ ਵੀ ਕੋਈ ਸੁਹਿਰਦਤਾ ਨਹੀਂ ਦਿਖਾਈ ਕਿ ਅਸੀਂ ਕਿਸੇ ਨੂੰ ਕੋਈ ਦੁਨੀਆ ਨੂੰ ਕੋਈ ਪ੍ਰੋਪਰ ਜਾਣਕਾਰੀ ਦਈਏ। ਇਸ ਦੀਆਂ ਕਈ ਉਦਾਹਰਨਾਂ ਨੇ। ਤਾਇਨਮੈਨ ਸਕੁਏਅਰ ਦੀ ਮੈਂ ਦੇ ਦਿੱਤੀ ਹੈ। ਗਲਵਾਨ ਘਾਟੀ ਦੇ ਵਿੱਚ ਜਦੋਂ ਭਾਰਤ ਦੇ ਨਾਲ ਝੜਪ ਹੋਈ ਤੇ ਭਾਰਤ ਵਾਲਿਆਂ ਤਾਂ ਉਦੋਂ ਮੰਨ ਲਿਆ ਕਿ ਸਾਡੇ ਫੌਜੀ ਸ਼ਹੀਦ ਹੋਏ ਨੇ ਤੇ ਉਹ ਜਾ ਕੇ 7-8 ਮਹੀਨਿਆਂ ਬਾਅਦ ਇਹ ਗੱਲ ਕਰ ਰਹੇ ਨੇ। ਇੱਥੋਂ ਉਹਨਾਂ ਦੀ ਸੁਹਿਰਦਤਾ ਦਾ ਪਤਾ ਲੱਗਦਾ। ਹੋਰ ਵੀ ਕਈ ਮੌਕੇ ਵਿਸ਼ਵ ਦੇ ਵਿੱਚ ਕਈ ਵਾਰੀ ਇਹੋ ਜਿਹੇ ਆਏ ਨੇ ਜਦੋਂ ਗੱਲ ਮੰਨਦੇ ਹੀ ਨਹੀਂ, ਫਿਰ ਹੌਲੀ ਦਣੀ ਆਖਦੇ ਨੇ ਹਾਂ ਇਸ ਤਰ੍ਹਾਂ ਹੋਇਆ ਹੋ ਸਕਦਾ ਹੈ। ਸੋ ਇੱਕ ਵਾਰੀ ਉੱਥੇ ਇੱਕ ਡੈਮ ਰੁੜ ਗਿਆ ਸੀ ਜਿਸ ਵਿੱਚ ਦੱਸਿਆ ਜਾਂਦਾ ਹੈ ਕਿ ਲੱਖਾਂ ਬੰਦੇ ਡੈਮ ਟੁੱਟਣ ਤੋਂ ਬਾਅਦ ਪਿੰਡ ਤੇ ਛੋਟੇ ਕਸਬੇ ਰੁੜ ਗਏ ਤੇ ਲੱਖਾਂ ਬੰਦੇ ਮਾਰੇ ਗਏ ਤੇ ਪਰ ਉਸ ਦੇ ਬਾਰੇ ਕੋਈ ਚੀਨ ਨੇ ਕਦੀ ਕੋਈ ਪ੍ਰੋਪਰ ਜਾਣਕਾਰੀ ਦੁਨੀਆ ਨੂੰ ਦਿੱਤੀ ਹੀ ਨਹੀਂ। ਸੋ ਇਹ ਜਾਂਚ ਹੁਣ ਚੱਲੇਗੀ, ਚੀਨ ਕਿੰਨਾ ਕੁ ਸਹਿਯੋਗ ਕਰੇਗਾ ਜਾਂ ਇਸ ਦੇ ਵਿੱਚ ਇਹ ਵੀ ਗੱਲ ਕੀਤੀ ਜਾ ਰਹੀ ਹੈ ਕਿ ਦੁਨੀਆ ਇਕੱਠੀ ਹੋਵੇ ਤੇ ਉਹ ਚੀਨ ਦੇ ਦਬਾਅ ਪਾਵੇ ਭਾਈ ਇਸ ਗੱਲ ਦਾ ਸਾਨੂੰ ਜਵਾਬ ਦਿਓ ਤੇ UNO ਦੇ ਵਿੱਚ ਤੁਸੀਂ ਜਵਾਬ ਦਿਓ ਤਾਂ ਫਿਰ ਅਸੀਂ ਗੱਲ ਕਰਾਂਗੇ, ਨਹੀਂ ਤਾਂ ਅਸੀਂ ਤੁਹਾਡੇ ਨਾਲ ਕੋਈ ਸਹਿਯੋਗ ਨਹੀਂ ਕਰਾਂਗੇ। ਜੀ ਤੇ ਕੁਲਦੀਪ ਜੀ, ਜੇ ਭਾਰਤ ਦੀਆਂ ਖਬਰਾਂ ਦੀ ਗੱਲ ਕਰੀਏ ਤੇ ਰੋਜ਼ ਹੀ ਸੁਰਖੀਆਂ ਲੱਗ ਰਹੀਆਂ ਨੇ ਕਿ ਕਰੋਨਾ ਦਾ ਗ੍ਰਾਫ ਥੱਲੇ ਨੂੰ ਚਲਾ ਗਿਆ, ਅਸੀਂ ਇੰਨਿਆਂ ਨੂੰ ਟੀਕਾ ਲਾਤਾ, ਇੰਨਿਆਂ ਨੂੰ ਲਾਤਾ। ਜੇ ਜ਼ਮੀਨੀ ਹਕੀਕਤ ਦੀ ਗੱਲ ਕਰਨੀ ਹੋਵੇ ਤੇ ਕਰੋਨਾ ਦੇ ਅੰਕੜੇ ਤੇ ਟੀਕਾਕਰਨ ਦੇ ਅੰਕੜੇ ਕੀ ਕਹਿੰਦੇ ਨੇ? ਇਸ ਗੱਲ ਵਿੱਚ ਤੇ ਕੋਈ ਸ਼ੱਕ ਨਹੀਂ ਸਵਲੀਨ ਕਿ ਕੇਸ ਘਟੇ ਨੇ, ਨਵੇਂ ਕੇਸ ਘਟੇ ਨੇ, ਪਰ ਮੌਤਾਂ ਦੀ ਗਿਣਤੀ ਬਾਰੇ 3,000 ਦਾ ਅੰਕੜਾ ਜਿਹੜਾ ਉੱਥੇ ਗ੍ਰਾਫ ਚੱਲ ਰਿਹਾ। ਠੀਕ ਹੋਣ ਵਾਲਿਆਂ ਦੀ ਗਿਣਤੀ ਜਿਹੜੀ ਹੈ ਉਹ 2.5 ਲੱਖ ਦੇ ਆਸ-ਪਾਸ ਹੋ ਸਕਦੀ ਹੈ ਤੇ ਨਵੇਂ ਕੇਸ ਜਿਹੜੇ ਨੇ ਉਹ 1.5 ਲੱਖ ਦੇ ਆਸ-ਪਾਸ ਪਿਛਲੇ 2-3 ਦਿਨਾਂ ਤੋਂ ਜਿਹੜੇ ਨੇ ਉਹ ਆ ਰਹੇ ਨੇ। ਦਿਨ ਬ ਦਿਨ ਗ੍ਰਾਫ ਥੱਲੇ ਨੂੰ ਜਾ ਰਿਹਾ, ਹਸਪਤਾਲ ਖਾਲੀ ਹੋ ਰਹੇ ਨੇ, ਕੇਸ ਘਟ ਰਹੇ ਨੇ ਤੇ ਥੋੜ੍ਹੀਆਂ ਰਿਸਟ੍ਰਿਕਸ਼ਨ ਜਿਹੜੀਆਂ ਪਾਬੰਦੀਆਂ ਲਾਈਆਂ ਹੋਈਆਂ ਨੇ ਉਹ ਵੀ ਘਟ ਰਹੀਆਂ ਨੇ।
ਪਰ ਟੀਕਾਕਰਨ ਦੀ ਰਫ਼ਤਾਰ ਬਹੁਤ ਜ਼ਿਆਦਾ ਸੁਸਤ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਟੀਕਾਕਰਨ ਦੇ ਜੋ ਸਰਕਾਰ ਚਾਹੁੰਦੀ ਸੀ, ਇਹ ਗੱਲ ਅਸੀਂ ਮੰਨ ਲਈਏ ਕਿ ਟੀਕਾਕਰਨ ਦੇ ਮਾਮਲੇ ਦੇ ਵਿੱਚ ਸਾਡੀ ਸਰਕਾਰ ਤੇ ਸਾਡਾ ਢਾਂਚਾ ਜਿਹੜਾ ਹੈ ਉਹ ਫੇਲ ਹੋਇਆ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਜੀ। ਹੁਣ ਇਹ ਫੇਲ ਕਿਵੇਂ ਹੋਇਆ? ਕਿਉਂਕਿ ਟੀਕੇ ਅਸੀਂ ਦੁਨੀਆ ਨੂੰ ਵੰਡਣੇ ਸ਼ੁਰੂ ਕਰ ਦਿੱਤੇ ਤੇ ਫਿਰ ਜਦੋਂ ਸਾਨੂੰ ਆਪੂ ਨੂੰ ਲੋੜ ਪਈ ਤੇ ਅਸੀਂ ਫਿਰ ਭੱਜੇ ਦੁਨੀਆ ਦੇ ਮਗਰ ਕਿ ਸਾਨੂੰ ਫਲਾਨੀ ਜਗ੍ਹਾ ਤੋਂ ਟੀਕਾ ਮਿਲ ਜਾਏ, ਫਲਾਨੀ ਜਗ੍ਹਾ ਤੋਂ ਟੀਕਾ ਮਿਲ ਜਾਏ। ਉਹ ਕਿਵੇਂ ਮਿਲ ਜਾਂਦਾ ਟੀਕਾ? ਬਿਲਕੁਲ। ਇਹ ਥੋੜੋ ਜਿਵੇਂ ਸ਼ੋਲੇ ਫਿਲਮ ਦਾ ਡਾਇਲੋਗ ਹੈ ਕਿ ਉਹ ਕਹਿੰਦੇ ਜੀ ਕਿ ਮੈਨੂੰ ਗੱਬਰ ਚਾਹੀਦਾ ਜਿਉਂਦਾ, ਤੇ ਉਹ ਕਹਿੰਦੇ ਨੇ ਕਿ ਠਾਕੁਰ ਸਾਹਿਬ ਗੱਬਰ ਕੋਈ ਬੱਕਰੀ ਦਾ ਬੱਚਾ ਥੋੜੀ ਹੈ, ਦੌੜੇ ਔਰ ਪਕੜ ਲਿਆ। ਇਹਦੇ ਵਾਸਤੇ ਤੇ ਕੋਸ਼ਿਸ਼ਾਂ ਤੇ ਰੱਦਤ ਤੇ ਮਿਹਨਤ ਕਰਨੀ ਪਏਗੀ। ਜੀ ਜੀ। ਸੋ ਇਹ ਤੇ ਬਹੁਤ ਵੱਡਾ ਮਸਲਾ ਸੀ ਜਿਸ ਮਾਮਲੇ ਤੇ ਸਰਕਾਰ ਜਿਹੜੀ ਹੈ ਫੇਲ ਹੋਈ ਹੈ। ਇਸ ਮਾਮਲੇ ਤੇ ਸਰਕਾਰ ਨੂੰ ਵੱਡੇ ਕਦਮ ਪਹਿਲਾਂ ਤੋਂ ਲਿਖਣੇ ਚਾਹੀਦੇ ਸੀ। ਹੁਣ ਇੱਥੇ ਜੋ ਗੱਲ ਆ ਗਈ ਹੈ ਕਿ ਜਿਹੜਾ ਟੀਕਾ ਮਿਲਦਾ ਉਹੀ ਠੀਕ ਹੈ। ਹੁਣ ਸਾਡੇ ਕੋਲ ਚੁਆਇਸ ਤਾਂ ਕੋਈ ਬਚੀ ਨਾ। ਜਿਹੜੀਆਂ ਕੰਪਨੀਆਂ ਭਾਰਤ ਦੇ ਵਿੱਚ ਟੀਕੇ ਬਣਾ ਸਕਦੀਆਂ ਨੇ, ਜ਼ਾਈਡਸ ਹੈ, ਡਾਕਟਰ ਰੈਡੀ ਹੈ, 2-3 ਹੋਰ ਕੰਪਨੀਆਂ ਵੀ ਅੱਗੇ ਆਈਆਂ ਨੇ ਕਿ ਅਸੀਂ ਤਿਆਰ ਹਾਂ ਕਿ ਸਾਨੂੰ ਦਿਓ। ਰਾਹ ਮਟੀਰੀਅਲ ਦੀ ਬਹੁਤ ਕਮੀ ਆ। ਰਾਹ ਮਟੀਰੀਅਲ ਨਹੀਂ ਕਿਤੇ ਮਿਲ ਰਿਹਾ। ਭਾਰਤ ਕੋਲ ਆਪਸ਼ਨ ਨਹੀਂ ਹੈ। ਹੁਣ ਚੀਨ ਨਾਲ ਇੱਕ ਪਾਸੇ ਤੇ ਦੁਨੀਆ ਵਿੱਚ ਪੰਗੇ ਪਏ ਹੋਏ ਨੇ। ਇੱਕ ਮਾਹਿਰਾਂ ਦੀ ਟੀਮ ਨੇ ਇਹ ਵੀ ਗੱਲ ਆਖੀ ਹੈ ਕਿ ਭਾਈ ਜੇ ਤੁਹਾਡੇ ਕੋਲ ਹੋਰ ਕਿਤੇ ਟੀਕੇ ਨਹੀਂ ਮਿਲਦੇ ਤਾਂ ਚੀਨ ਵਾਲੇ ਤੇ ਰੌਲਾ ਪਾ ਰਹੇ ਨੇ ਕਿ ਸਾਡੇ ਕੋਲ ਟੀਕੇ ਬਹੁਤ ਨੇ, ਲੈ ਲਓ। ਉਹਨਾਂ ਦੇ ਟੀਕੇ ਤੇ ਹੁਣ ਕਿੰਨਾ ਕੁ ਵਿਸ਼ਵਾਸ ਹੈ? ਤੇ ਭਾਰਤ ਵਾਲਿਆਂ ਨੇ ਤਾਂ ਆਪ ਰੌਲਾ ਪਾ ਦੇਣਾ ਕਿ ਪਤਾ ਨਹੀਂ ਉਹਨਾਂ ਨੇ ਆਪਣੇ ਟੀਕੇ ਵਿੱਚ ਕਿਹੜੀ ਚੀਜ਼ ਸਾਨੂੰ ਪਾ ਕੇ ਦੇ ਦੇਣੀ ਹੈ ਤੇ ਅਸੀਂ ਹੋਰ ਪੱਠਾ ਕਿਵੇਂ ਬਿਠਾ ਲਈਏ ਆਪਣਾ। ਸੋ ਇਸ ਵੇਲੇ ਭਾਰਤ ਸਰਕਾਰ ਹੱਥ ਪੈਰ ਮਾਰ ਰਹੀ ਹੈ। ਇਸ ਤੋਂ ਵੱਧ ਕੁਝ ਨਹੀਂ। ਟੀਕਿਆਂ ਦੀ ਗਿਣਤੀ ਅਜੇ ਬਹੁਤ, ਟੀਕਾ ਲੱਗਣ ਵਾਲਿਆਂ ਦੀ ਗਿਣਤੀ ਬਹੁਤ ਥੱਲੇ ਆ। ਜੀ। ਮੁੱਦਿਆਂ ਤੇ ਚਰਚਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਨਿੱਕੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅਸੀਂ ਗੱਲ ਕਰ ਰਹੇ ਸੀ ਕਰੋਨਾ ਵਾਇਰਸ ਦੀ। ਕੇਸ ਭਾਵੇਂ ਭਾਰਤ ਵਿੱਚ ਦਿਨੋਂ ਦਿਨ ਘਟ ਰਹੇ ਨੇ, ਪਰ ਟੀਕਾਕਰਨ ਦੀ ਰਫ਼ਤਾਰ ਬਿਲਕੁਲ ਸੁਸਰੀ ਦੀ ਚੱਲ ਹੈ। ਕੁਲਦੀਪ ਜੀ, ਮੋਦੀ ਜੀ ਨੇ ਗੱਲ ਕੀਤੀ ਮਨ ਕੀ ਬਾਤ ਦੀ ਗੱਲ, ਤੇ ਸੋਲੇ ਉਹਨਾਂ ਨੇ ਫਿਰ ਆਪਣੇ ਹੀ ਗਾਏ ਨੇ। ਕੀ ਕਹਿਣਾ ਚਾਹੋਗੇ? ਮਨ ਕੀ ਬਾਤ ਦੇ ਵਿੱਚ ਸੋਲੇ ਉਹਨਾਂ ਨੇ ਅਜੇ ਤੱਕ ਆਪਣੇ ਹੀ ਗਾਏ ਨੇ, ਕਿਸੇ ਹੋਰ ਦੇ ਤਾਂ ਨਹੀਂ ਗਾਏ। ਬਿਲਕੁਲ। ਤੇ ਪਰ ਇੱਕ ਉਮੀਦ ਸੀ ਕਿ ਸ਼ਾਇਦ ਗੱਲ ਕਰਨਗੇ ਜਨ ਕੀ, ਪਰ ਫਿਰ ਕੀਤੀ ਉਹਨਾਂ ਨੇ ਮਨ ਕੀ। ਬਿਲਕੁਲ। ਤੇ ਇਸ ਗੱਲ ਦੇ ਵਿੱਚ ਉਹ ਜਨ ਕੀ ਬਾਤ ਨਹੀਂ, ਬਹੁਤ ਕਿਤੇ ਘੱਟ ਕੀਤੀ ਹੋਵੇ ਉਹਨਾਂ ਨੇ, ਪਰ ਇਹ ਗੱਲ ਪੱਕੀ ਹੈ ਕਿ 47% ਦੱਸਦੇ ਨੇ ਕਿ ਭਾਰਤ ਦੇ ਲੋਕ ਕਰੋਨਾ ਨਾਲ ਨਜਿੱਠਣ ਦੇ ਮਾਮਲੇ ਦੇ ਵਿੱਚ ਭਾਰਤ ਸਰਕਾਰ ਤੋਂ ਖੁਸ਼ ਨਹੀਂ ਜੀ। ਹੁਣ ਮੋਦੀ ਸਰਕਾਰ ਨੇ ਫਿਰ ਉਹਨਾਂ ਨੂੰ ਥੋੜੀ ਜਿਹੀ ਪਹਿਲੀ ਵਾਰੀ 7 ਸਾਲਾਂ ਦੇ ਵਿੱਚ ਥੋੜੀ ਜਿਹੀ ਇੱਕ ਸੋਚਣ ਤੇ ਉਹਨਾਂ ਨੂੰ ਮਜਬੂਰ ਹੋਣ ਦੀ ਇੱਕ ਨੀਤੀ ਬਣਾਉਣੀ ਪਈ ਹੈ। ਉਹ ਇਸ ਕਰਕੇ ਕਿ ਇਦਾਂ ਦਾ ਵਿਰੋਧ ਦਾ ਕਦੀ ਸਾਹਮਣਾ ਕਰਨਾ ਨਹੀਂ ਪਿਆ। ਹੁਣ ਕਿਸਾਨ ਅੰਦੋਲਨ ਨੂੰ ਉਹਨਾਂ ਨੇ ਐਵੇਂ ਸਮਝਿਆ ਸੀ, ਪਰ ਕਿਸਾਨ ਅੰਦੋਲਨ ਅਜੇ ਤੱਕ ਖੜਾ ਹੈ ਜੀ। ਹੱਲ ਤੇ ਨਿਕਲਿਆ ਨਹੀਂ। ਸਭ ਕੁਝ ਕਰਕੇ ਦੇਖ ਲਿਆ ਜੀ। ਹੁਣ ਕੋਵਿਡ ਦੇ ਮਾਮਲੇ ਦੇ ਵਿੱਚ ਬੱਲੇ ਬੱਲੇ ਵੀ ਖੱਟ ਲਈ ਤੇ ਹੁਣ ਜਿਹੜੀ ਬੁਰਾਈ ਵੀ ਸਾਰੀ ਆ ਉਹ ਖੱਟਣੀ ਪੈ ਰਹੀ ਹੈ। ਬਿਲਕੁਲ। ਤੇ ਗੱਲ ਇਹ ਹੈ ਕਿ ਕੀਤੀ ਇਹ ਜਾ ਰਹੀ ਹੈ ਭਾਜਪਾ ਆਗੂਆਂ ਵੱਲੋਂ ਕਿ ਦੇਖੋ ਜੀ, ਭਰਮ ਫੈਲਾਇਆ ਜਾ ਰਿਹਾ ਦੁਨੀਆ ਦੇ ਵਿੱਚ, ਸਾਡੇ ਬਾਰੇ ਗਲਤ ਪ੍ਰਚਾਰ ਕਰਕੇ ਨੈਗੇਟਿਵ ਗੱਲਾਂ ਦੁਨੀਆ ਦੇ ਮੂਹਰੇ ਰੱਖੀਆਂ ਜਾ ਰਹੀਆਂ ਨੇ। ਵਿਦੇਸ਼ੀ ਮੀਡੀਆ ਤੇ ਕਦੇ ਉਂਗਲ ਉੱਠਿਆ ਕਰਦੀ ਸੀ ਸਬਲੀਨ ਜੀ ਕਿ ਵਿਦੇਸ਼ੀ ਮੀਡੀਆ ਜਦੋਂ ਵੱਡਾ ਮੀਡੀਆ ਵਿਦੇਸ਼ਾਂ ਦਾ ਜਿਹੜਾ ਹੈ ਉਹ ਭਾਰਤ ਵਿੱਚ ਆਉਂਦਾ ਤੇ ਇੱਥੇ ਦੀ ਝੁੱਗੀ ਝੌਪੜੀਆਂ ਤੇ ਗੰਦਗੀ ਨੂੰ ਵਿਖਾਉਂਦਾ, ਇੱਥੇ ਦੀਆਂ ਚੰਗੀਆਂ ਚੀਜ਼ਾਂ ਨਹੀਂ ਵਿਖਾਉਂਦਾ। ਜੇ ਕੋਈ ਤੁਹਾਡਾ ਸੱਜਣ ਸੁਹਿਰਦ ਕੋਈ ਹੋਵੇ ਤੇ ਉਹ ਤੁਹਾਡੀਆਂ ਕਮੀਆਂ ਨੂੰ ਬਿਆਨ ਕਰੇਗਾ ਕਿ ਤੁਹਾਡੀਆਂ ਖੂਬੀਆਂ ਨੂੰ ਬਿਆਨ ਕਰੇਗਾ। ਤੇ ਜਦੋਂ ਖੂਬੀਆਂ ਕੁਝ ਹੋਣ ਵੀ ਲੱਗੀਆਂ ਫਿਰ ਦੁਨੀਆ ਨੇ ਬਿਆਨ ਵੀ ਕੀਤੀਆਂ। ਤੁਹਾਡੇ ਆਗੂਆਂ ਦੀਆਂ ਫੋਟੋਆਂ ਟਾਈਮ ਮੈਗਜ਼ੀਨ ਦੇ ਕਵਰ ਦੇ ਉੱਪਰ ਲੱਗਦੀਆਂ ਰਹੀਆਂ। ਚੰਗੀ ਸਾਇੰਸ ਦੇ ਵਿੱਚ ਤੇ ਮਾੜੀ ਸਾਇੰਸ ਵਿੱਚ ਵੀ ਲੱਗਣੀ ਹੈ। ਫਿਰ ਚੰਗੇ ਮਾੜੇ ਪਾਸੇ ਦੋਵੇਂ ਹੁੰਦੇ ਨੇ। ਜਦੋਂ ਰਾਜਨੀਤੀ ਸ਼ਾਸਤਰ ਪੜ੍ਹਾਇਆ ਜਾਂਦਾ ਹੈ ਕਾਲਜਾਂ ਦੇ ਵਿੱਚ ਤਾਂ ਮਹਾਤਮਾ ਗਾਂਧੀ ਦੀ ਫਿਲਾਸਫੀ ਜਾਂ ਥਿਊਰੀ ਜਦੋਂ ਪੜ੍ਹਾਈ ਜਾਂਦੀ ਹੈ ਤੇ ਨਾਲ ਜਿਹੜੇ ਨੈਗੇਟਿਵ ਪੁਆਇੰਟ ਵੀ ਨਾਲ ਹੀ ਪੜ੍ਹਾਏ ਜਾਂਦੇ ਨੇ ਜੀ। ਉੱਥੇ ਕਦੀ ਕਿਸੇ ਨੇ ਇਹ ਤਾਂ ਨਹੀਂ ਕੀਤੀ ਕਿ ਸਾਡੇ ਰਾਸ਼ਟਰਪਿਤਾ ਨੇ ਤੇ ਉਹਨਾਂ ਬਾਰੇ ਕੋਈ ਨੈਗੇਟਿਵ ਗੱਲ ਨਾ। ਨੈਗੇਟਿਵਿਟੀ ਕਿੱਥੋਂ ਆ ਗਈ? ਜੇ ਕਿਸੇ ਆਪਣੀਆਂ ਊਣਤਾਈਆਂ ਵੱਲ ਝਾਤ ਮਾਰੋਗੇ ਤੇ ਫੇਰ ਹੀ ਤੁਸੀਂ ਚੰਗੀਆਂ ਗੱਲਾਂ ਵੱਲ ਜਿਹੜਾ ਹੈ ਉਹ ਧਿਆਨ ਦਿਓਗੇ ਜੀ, ਫੇਰ ਹੀ ਉਹਨਾਂ ਨੂੰ ਇੰਪਰੂਵ ਕਰੋਗੇ। ਹੁਣ ਮਨ ਕੀ ਬਾਤ ਦੇ ਵਿੱਚ ਉਹ 7 ਸਾਲ ਪੂਰੇ ਹੋਣ ਤੇ ਬੋਲੇ ਨੇ। ਉਹਨਾਂ ਨੇ ਕਿਹਾ ਕਿ ਪਿਛਲੇ 10 ਦਿਨਾਂ ਦੇ ਵਿੱਚ 2 ਵੱਡੇ ਤੂਫਾਨਾਂ ਨੂੰ ਅਸੀਂ ਠੱਲ ਪਾਈ ਹੈ ਤੇ ਇਸ ਨਾਲ ਬੜੇ ਵਧੀਆ ਤਰੀਕੇ ਨਾਲ ਨਜਿੱਠਿਆ। ਫਿਰ ਉਹਨੇ ਕਿਹਾ ਕਿ ਪਿਛਲੇ 100 ਸਾਲ ਦੀ ਸਭ ਤੋਂ ਵੱਡੀ ਮਹਾਮਾਰੀ ਇਸ ਵੇਲੇ ਚੱਲ ਰਹੀ ਹੈ ਤੇ ਭਾਰਤ ਇਸ ਦਾ ਬਹੁਤ ਡਟ ਕੇ ਮੁਕਾਬਲਾ ਕਰ ਰਿਹਾ। ਡਟ ਕੇ ਮੁਕਾਬਲਾ ਕਰਨਾ ਤੇ ਪਿੰਡੇ ਤੇ ਹਟਾਉਣ ਦੇ ਵਿੱਚ ਫਰਕ ਹੈ। ਦੁਨੀਆ ਦੇਖ ਹੀ ਰਹੀ ਹੈ। ਦੁਨੀਆ ਦੇਖ ਰਹੀ ਹੈ। ਇਹ ਤੇ ਸਿਰਫ ਇਸ ਤਰ੍ਹਾਂ ਹੈ ਕਿ ਜਿਵੇਂ ਇੱਕ ਚਾਲੇ ਜਿਹੜੀ ਹੈ ਮਹਾਮਾਰੀ ਚੱਲ ਰਹੀ ਹੈ ਤੇ ਅਸੀਂ ਮਾੜਾ ਮੋਟਾ ਕੁਝ ਕੀਤਾ ਹੈ, ਬਹੁਤਾ ਕੁਝ ਅਸੀਂ ਕੀਤਾ ਨਹੀਂ ਤੇ ਆਮ ਲੋਕਾਂ ਨੂੰ ਬਹੁਤ ਰਗੜੇ ਲੱਗੇ ਨੇ, ਬਹੁਤ ਮੌਤਾਂ ਹੋਈਆਂ ਨੇ। ਫਿਰ ਉਹਨਾਂ ਨੇ ਕਿਹਾ ਕਿ ਆਮ ਦਿਨਾਂ ਦੇ ਵਿੱਚ ਪਹਿਲਾਂ ਇਸ ਮਹਾਮਾਰੀ ਤੋਂ ਅਸੀਂ 900 ਮੀਟ੍ਰਿਕ ਟਨ ਜਿਹੜੀ ਹੈ ਆਕਸੀਜਨ, ਮੈਡੀਕਲ ਆਕਸੀਜਨ ਪੈਦਾ ਕਰਦੇ ਸਾਂ ਤੇ ਸਾਡੀ ਕਪੈਸਿਟੀ 10 ਗੁਣਾ ਵੱਧ ਗਈ ਇੰਨੇ ਸਮੇਂ ਦੇ ਵਿੱਚ।
ਇਹ ਕਿੱਡੀ ਕੁ ਵੱਡੀ ਪ੍ਰਾਪਤੀ ਹੈ। ਫਿਰ ਉਹਨਾਂ ਨੇ ਕਿਹਾ ਕਿ ਸੜਕ ਤੇ ਸੰਪਰਕ ਦੇ ਜਿਹੜੇ ਸੜਕਾਂ ਦੇ ਸੰਪਰਕ ਸੀ ਦੂਰ ਦੁਰਾਡੇ ਦੇ ਪਿੰਡਾਂ ਦੇ ਵਿੱਚ, ਇਸ ਵਿੱਚ 70 ਸਾਲਾਂ ਦੇ ਵਿੱਚ 3.5 ਕਰੋੜ ਜਿਹੜੇ ਆਜ਼ਾਦੀ ਤੋਂ ਬਾਅਦ ਦੇ ਜਿਹੜੇ ਪਹਿਲੇ ਦਿਨ ਇਹਨਾਂ ਦੀ ਸਰਕਾਰ ਤੋਂ ਪਹਿਲੇ ਸਾਲ ਸੀ, 3.5 ਕਰੋੜ ਲੋਕਾਂ ਨੂੰ ਜੋੜਿਆ ਗਿਆ ਤੇ ਪਾਣੀ ਦੇ ਕਨੈਕਸ਼ਨਾਂ ਦੀ ਤੇ ਸੜਕਾਂ ਦੀ ਗੱਲ ਹੈ। ਤੇ ਪਿਛਲੇ 21 ਮਹੀਨਿਆਂ 'ਚ ਉਹਨਾਂ ਨੇ ਕਿਹਾ ਕਿ 4.5 ਕਰੋੜ ਕਨੈਕਸ਼ਨ ਅਸੀਂ ਹੋਰ ਦਿੱਤੇ ਨੇ। ਅੱਛਾ, ਇਹ ਪ੍ਰਾਪਤੀ ਦੱਸੀ ਆ ਉਹਨਾਂ ਨੇ। ਇਹੋ ਜਿਹੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਤੇ ਕੋਈ ਮੌਜੂਦਾ ਹਾਲਾਤ ਤੇ ਜਾਂ ਅਗਾਂਹ ਦੀ ਪਲੈਨਿੰਗ ਤੇ ਉਹਨਾਂ ਨੇ ਗੱਲ ਨਹੀਂ ਕੀਤੀ। ਹੁਣ ਨਾਲ ਦੀ ਨਾਲ ਇੱਥੇ ਗੱਲ ਇਹ ਵੀ ਆਉਂਦੀ ਹੈ ਕਿ ਇਹ ਜੇ ਕੋਵਿਡ ਮਹਾਮਾਰੀ ਦਾ ਦੌਰ ਨਾ ਹੁੰਦਾ ਤੇ ਇਹ ਗੱਲ ਹੋ ਸਕਦੀ ਸੀ ਕਿ ਭਾਰਤੀ ਜਨਤਾ ਪਾਰਟੀ ਇਸ ਮੁੱਦੇ ਤੇ ਆਪਣਾ ਜਸ਼ਨ ਵੀ ਮਨਾਉਂਦੀ ਕਿ ਅਸੀਂ 7 ਸਾਲ ਬੜੇ ਜ਼ੋਰ ਸ਼ੋਰ ਨਾਲ ਕੰਪਲੀਟ ਕੀਤੇ ਨੇ। ਇਸ ਗੱਲ ਵਿੱਚ ਤੇ ਕੋਈ ਸ਼ੱਕ ਨਹੀਂ ਕਿ ਉਹਨਾਂ ਕੋਲ ਵੱਡੀ ਮੈਜੋਰਟੀ ਹੈ, ਪੱਕਾ ਬਹੁਮਤ ਹੈ ਤੇ ਉਹ ਬਹੁਮਤ ਦੇ ਸਿਰ ਤੇ ਉਹ ਬਹੁਤ ਕੁਝ ਉਹਨਾਂ ਨੇ ਕੀਤਾ। ਹੁਣ ਇੱਥੇ ਜੇ 7 ਸਾਲ ਦੀਆਂ ਪ੍ਰਾਪਤੀਆਂ ਦੇ ਵਿੱਚ ਕਿਤੇ ਉਹ ਵੀ ਜ਼ਿਕਰ ਕਰਦੇ ਕਿ ਨੋਟਬੰਦੀ ਨਾਲ ਦੇਸ਼ ਨੂੰ ਕਿੰਨਾ ਕੁ ਫਾਇਦਾ ਹੋਇਆ, ਤੇ ਉਹ ਵੀ ਕੋਈ ਗੱਲ ਕਰਨ ਵਾਲੀ ਬਣਦੀ। ਸਾਡੀ ਜਿਹੜੀ ਅਸੀਂ ਸਵੱਛ ਭਾਰਤ ਦੀ ਨੀਤੀ ਅਪਣਾਈ ਸੀ, ਉਸ ਵਿੱਚ ਅਸੀਂ ਕਿੰਨੇ ਕੁ ਕਾਮਯਾਬ ਹੋ ਗਏ ਹਾਂ। ਗੰਗਾ ਦੇ ਵਿੱਚ ਅਸੀਂ ਸਫਾਈ ਕਰਨ ਜਾ ਰਹੇ ਸਾਂ ਤੇ ਦੁਨੀਆ ਨੂੰ ਦਿਖਾਉਣਾ ਸੀ ਕਿ ਸਾਡੀ ਪਵਿੱਤਰ ਇਹ ਇੱਕ ਨਦੀ ਹੈ ਤੇ ਅਸੀਂ ਇਸ ਨੂੰ ਸਾਫ਼ ਕਰ ਦੇਣਾ, ਇਸ ਤੇ ਇੰਨੇ 1000 ਕਰੋੜ ਖਰਚੇ ਜਾਣੇ ਨੇ। ਉਸ ਦਾ ਕੀ ਬਣਿਆ ਉਹ ਦੱਸ ਦਿੰਦੇ। ਮੂਰਤੀ ਦਾ ਨਾਂ ਤੱਕ ਨਹੀਂ ਲਿਆ ਗਿਆ ਕਿਉਂਕਿ ਉਸ ਤੇ ਬਹੁਤ ਜ਼ਿਆਦਾ ਖਿੱਚੋਤਾਣ ਹੋ ਚੁੱਕੀ ਹੈ ਪਹਿਲਾਂ ਹੀ। ਹੁਣ ਕਈ ਇਹੋ ਜਿਹੀਆਂ ਗੱਲਾਂ ਨੇ, ਆਰਟੀਕਲ 370 ਵੀ ਹੈ, ਕਸ਼ਮੀਰ ਵਾਲਾ ਵੀ ਹੈ, GST ਦਾ ਮੁੱਦਾ ਵੀ ਹੈ, ਰਫਾਲ ਦਾ ਮੁੱਦਾ ਵੀ ਹੈ। ਇਹ ਸਾਰੀਆਂ ਗੱਲਾਂ ਗਿਣਾਉਣ ਦੀ ਬਜਾਏ ਉਹਨਾਂ ਨੇ ਇੱਕ ਇਹੋ ਜਿਹੇ ਗੱਲਾਂ ਚੁਣੀਆਂ ਜਿਹੜੀਆਂ ਅੱਜ ਦੇ ਸੰਦਰਭ ਦੇ ਵਿੱਚ ਕੁਝ ਠੀਕ ਠਾਕ ਜਿਹੀਆਂ ਹੋ ਸਕਦੀਆਂ ਨੇ, ਪਰ ਇਹਨਾਂ ਵਿੱਚ ਪ੍ਰਾਪਤੀ ਵਾਲੀ ਕੋਈ ਗੱਲ ਨਹੀਂ। ਸਿਰਫ ਇੱਕ ਰਿਪੋਰਟ ਜਿਹੀ ਉਹਨਾਂ ਨੇ ਪੇਸ਼ ਕਰ ਦਿੱਤੀ ਹੈ। ਉਹ ਚੰਗੀ ਹੈ ਕਿ ਮਾੜੀ ਹੈ, ਦਰਸ਼ਕ ਹੁਣ ਆਪ ਸਮਝ ਲੈਣਾ। ਕੁਲਦੀਪ ਜੀ, ਝੱਗਾ ਚੁੱਕਿਆ ਆਪਦਾ ਢਿੱਡ ਨੰਗਾ ਹੁੰਦਾ ਤੇ ਉਹ ਕਿਉਂ ਨੰਗਾ ਕਰਨਗੇ ਆਪਦਾ ਢਿੱਡ? ਉਹਨਾਂ ਨੇ ਕੋਈ ਥਾਲੀ ਖੜਕਾਉਣ ਦੀ ਗੱਲ ਨਹੀਂ ਕੀਤੀ ਕੱਲ? ਇਹੋ ਜਿਹੇ ਕਰਦੇ ਨੇ ਜੀ ਉਹ, ਤੇ ਦੇਖੋ ਉਹ ਕਰਨੋਂ ਰਹਿ ਨਹੀਂ ਸਕਦੇ। ਖੈਰ ਉਹਨਾਂ ਨੇ ਲੋਕਾਂ ਨੂੰ ਇਸ ਕੰਮ ਤੇ ਲਾਇਆ ਸੀ ਤੇ ਕੁਝ ਸਮਾਂ ਲੋਕਾਂ ਨੇ ਉਹਨਾਂ ਦੀ ਥਿਊਰੀ ਬਾਏ ਵੀ ਕੀਤੀ। ਤੇ ਜਦੋਂ ਵੱਡੇ ਲੋਕਡਾਊਨ ਤੋਂ ਬਾਅਦ ਪਿਛਲੇ ਸਾਲ ਭਾਰਤ ਦੇ ਵਿੱਚ ਜਿਹੜੇ ਰੋਜ਼ਗਾਰ ਦੇ ਤੇ ਹੋਰਨਾਂ ਗੱਲਾਂ ਦੇ ਹਾਲਾਤ ਪੈਦਾ ਹੋਏ, ਉਹਨਾਂ ਨਾਲ ਨਜਿੱਠਣ ਦੇ ਵਿੱਚ ਉਹ ਕਿੰਨੇ ਕੁ ਸਫਲ ਹੋਏ, ਇਸ ਗੱਲ ਬਾਰੇ ਉਹਨਾਂ ਨੇ ਕੋਈ ਬਹੁਤੀ ਜਾਣਕਾਰੀ ਨਹੀਂ ਦਿੱਤੀ। ਕੁਲਦੀਪ ਜੀ, ਥੋੜੇ ਕੁ ਦਿਨ ਪਹਿਲਾਂ ਇੱਕ ਸਰਵੇਖਣ ਹੋਇਆ ਸੀ ਕਿ ਮੋਦੀ ਜੀ ਦੀ ਲੋਕਪ੍ਰਿਯਤਾ ਦਾ ਜਿਹੜਾ ਗ੍ਰਾਫ ਹੈ ਉਹ ਬਹੁਤ ਥੱਲੇ ਚਲਾ ਗਿਆ। ਉਹਦਾ ਕਾਰਨ ਕੀ ਹੋ ਸਕਦਾ? ਕਿਸਾਨ ਅੰਦੋਲਨ ਜਾਂ ਫਿਰ ਮਹਾਮਾਰੀ ਦੇ ਨਾਲ ਨਜਿੱਠਣ 'ਚ ਜਿਹੜੇ ਫੇਲ ਹੋ ਗਏ ਨੇ? ਦੋਨੇ ਕਾਰਨ ਨੇ। ਕਿਸਾਨ ਅੰਦੋਲਨ ਨੇ ਮੋਦੀ ਨੂੰ ਚੈਲੰਜ ਕੀਤਾ ਪਹਿਲੀ ਵਾਰ। ਮੋਦੀ ਬ੍ਰਾਂਡ ਸੀ ਜਿਹੜਾ ਤੇ ਇੰਨੀ ਸਟਰੋਂਗ ਭਾਜਪਾ ਸੀ, ਉਸ ਨੂੰ ਕਦੇ ਇੰਨਾ ਵੱਡਾ ਚੈਲੰਜ ਕਦੀ ਕਿਸੇ ਗਰੁੱਪ ਵੱਲੋਂ ਮਿਲਿਆ ਨਹੀਂ। ਤੇ ਪੰਜਾਬ ਦੇ ਸਿਰ ਮੜਿਆ ਜਾ ਰਿਹਾ ਸੀ। ਹਰਿਆਣੇ ਦੇ ਕਿਸਾਨ ਉੱਠ ਖਲੋਏ ਨੇ ਤੇ ਹਰਿਆਣੇ ਵਾਲਿਆਂ ਨੇ ਵੀ ਫਿਰ ਬੱਲੇ ਬੱਲੇ ਕਰਵਾਤੀ ਹੈ। ਤੇ ਰਕੇਸ਼ ਟਕੈਤ ਨੇ ਜਿਹੜੀਆਂ ਇਹਨਾਂ ਨੂੰ ਭਜਣਾ ਪਾਈਆਂ ਹੋਈਆਂ ਨੇ ਪਿਛਲੇ ਸਮੇਂ ਤੋਂ, ਜ਼ਾਹਿਰਾ ਤੌਰ ਤੇ ਫਰਕ ਤਾਂ ਪਏਗਾ। ਯੂਪੀ ਦੇ ਵਿੱਚ ਪੰਚਾਇਤ ਚੋਣਾਂ ਹਾਰਨਾ, ਇਹ ਦੋ ਵੱਡੇ ਕਾਰਨ ਹੋ ਸਕਦੇ ਨੇ। ਇੱਕ ਤਾਂ ਕਿਸਾਨ ਅੰਦੋਲਨ ਤੇ ਦੂਸਰਾ ਮਹਾਮਾਰੀ ਦੇ ਵਿੱਚ ਇੰਨਾ ਮੰਦਾ ਹਾਲ ਹੋਇਆ, ਇੱਥੋਂ ਤੱਕ ਕਿ ਕਈ ਲੋਕਲ ਭਾਜਪਾ ਦੇ ਆਗੂ ਜਿਹੜੇ ਸਰਕਾਰ ਦੇ ਗੁਣ ਗਾਉਂਦੇ ਨਹੀਂ ਸੀ ਥੱਕਦੇ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਆਕਸੀਜਨ ਨਾ ਮਿਲੀ ਤੇ ਉਹ ਮੀਡੀਆ ਦੇ ਉੱਪਰ ਜਿਵੇਂ ਕਿ ਮਿਊਟ ਕਰਕੇ ਗਾਲਾਂ ਵਿਖਾਈਆਂ ਜਾਂਦੇ ਨੇ, ਉਹ ਗਾਲਾਂ ਕੱਢਦੇ ਹੋਏ ਸਰਕਾਰ ਨੂੰ ਵੇਖੇ ਗਏ। ਸੋ ਇਹ ਸਾਰੀਆਂ ਗੱਲਾਂ ਦੀ ਨਾਕਾਮਯਾਬੀ ਹੀ ਹੈ ਕਿ ਸਰਕਾਰ ਦਾ ਗ੍ਰਾਫ ਜਿਹੜਾ ਹੈ ਜਾਂ ਭਾਰਤੀ ਜਨਤਾ ਪਾਰਟੀ ਜਾਂ ਮੋਦੀ ਬ੍ਰਾਂਡ ਦਾ ਗ੍ਰਾਫ ਜਿਹੜਾ ਹੈ ਉਹ ਥੱਲੇ ਗਿਆ ਹੈ। ਇਸ ਦੀਆਂ ਪਰਤਾਂ ਨੇ। ਜੇ ਉਹ ਧੜਨ ਬੈਠ ਜਾਓ ਤੇ ਸਾਰਾ ਪ੍ਰੋਗਰਾਮ ਲੰਘ ਸਕਦਾ ਹੈ। ਅਮਿਤ ਸ਼ਾਹ ਇੰਨੇ ਦਿਨਾਂ ਤੋਂ ਚੁੱਪ ਬੈਠੇ ਹੋਏ ਨੇ, ਉਹਨਾਂ ਨੇ ਅਜੇ ਤੱਕ ਬਹੁਤ ਸਾਰੇ ਕਈ ਖਾਸ ਮੁੱਦਿਆਂ ਤੇ ਆਪਣਾ ਮੂੰਹ ਤੱਕ ਨਹੀਂ ਖੋਲਿਆ। ਹੁਣ ਜੇ ਤੂਫਾਨਾਂ ਨੇ ਭਾਰਤ ਨੂੰ ਘੇਰਿਆ, ਤੂਫਾਨਾਂ ਨਾਲ ਲੜਾਈ ਕਰਨ ਦੀ ਮੋਦੀ ਨੇ ਤਾਂ ਮਨ ਕੀ ਬਾਤ ਵਿੱਚ ਗੱਲ ਕਰ ਲਈ ਤੇ ਜਿਹੜਾ ਤੌਕਤੇ ਤੂਫਾਨ ਸੀ ਉਸ ਦੇ ਵਿੱਚ ਦੱਸਿਆ ਗਿਆ ਕਿ 1000 ਕਰੋੜ ਅਸੀਂ ਦੇ ਦਿੱਤੇ ਨੇ। ਤੇ ਯਾਸ ਤੂਫਾਨ ਦੇ ਵਿੱਚ, ਯਾਸ ਤੂਫਾਨ ਵੀ ਉਹਨਾਂ ਦਾ ਜਿਹੜਾ ਹੈ ਵਿਵਾਦਾਂ ਦੇ ਵਿੱਚ, ਉਸ ਦੇ ਵਿੱਚ ਨਾਲ ਨਜਿੱਠਣ ਦਾ ਤਰੀਕਾ ਵਿਵਾਦਾਂ 'ਚ ਘਿਰਿਆ ਹੋਇਆ। ਹੁਣ ਸਰਕਾਰ ਛੋਟੀਆਂ ਗੱਲਾਂ ਦੇ ਵਿੱਚੋਂ ਕੁਝ ਲੱਭਣ ਦਾ ਯਤਨ ਕਰ ਰਹੀ ਹੈ ਤੇ ਕੋਈ ਮੁੱਦਾ ਇਹੋ ਜਿਹਾ ਖੜਾ ਕਰਨ ਦਾ ਯਤਨ ਕਰ ਰਹੀ ਹੈ ਜਿਸ ਨਾਲ ਸਰਕਾਰ ਨੂੰ ਕੁਝ ਹਾਸਲ ਹੋ ਸਕੇ। ਟੂਲ ਕਿਟ ਦੇ ਮਾਮਲੇ ਦੇ ਵਿੱਚ ਸੰਬਿਤ ਪਾਤਰਾ ਐਂਡ ਕੰਪਨੀ ਨੂੰ ਵੀ ਥੋੜਾ ਜਿਹਾ ਜਿਹੜਾ ਸੀ ਪਿੱਛੇ ਹਟਣਾ ਪਿਆ। ਟਵਿੱਟਰ ਦੇ ਮਾਮਲੇ ਦੇ ਵਿੱਚ ਵੀ ਸਰਕਾਰ ਨੂੰ ਪਿੱਛੇ ਹਟਣਾ ਪਿਆ। ਟਵਿੱਟਰ ਨੇ ਜਿਹੜੇ ਉਹਨਾਂ ਦੇ ਸਟੈਪ ਲਏ ਸਰਕਾਰ ਨੂੰ ਪਸੰਦ ਨਾ ਆਏ ਤੇ ਸਰਕਾਰ ਨੇ ਸੋਸ਼ਲ ਮੀਡੀਆ ਦੇ ਦੂਜੇ ਪਲੇਟਫਾਰਮਾਂ ਵੱਲ ਨੂੰ ਮੂੰਹ ਕਰ ਰਿਹਾ। ਟਵਿੱਟਰ ਦੇ ਜ਼ਰੀਏ ਆਪਣੀ ਹਰ ਵੇਲੇ ਗੱਲ ਕਰਨ ਵਾਲੀ ਬੀਬੀ ਕੰਗਨਾ ਰਣੌਤ, ਜਦੋਂ ਉਹਨਾਂ ਦਾ ਅਕਾਊਂਟ ਬੰਦ ਕਰ ਦਿੱਤਾ ਗਿਆ ਤਾਂ ਉਹਨਾਂ ਨੇ ਇੱਕ ਹੋਰ ਜਗ੍ਹਾ ਤੇ ਅਕਾਊਂਟ ਬਣਾ ਲਿਆ ਤੇ ਉੱਥੇ ਉਹ ਗੱਲ ਨਾ ਬਣੀ, ਕਿਉਂਕਿ ਉਹ ਤੇ ਜੋ ਪਹਿਲਾਂ ਸੀ ਉਹ ਉਹੀ ਸੀ। ਤੇ ਅੱਜ ਬੀਬੀ ਜੀ ਉਹ ਪਹੁੰਚੇ ਹੋਏ ਨੇ ਦਰਬਾਰ ਸਾਹਿਬ ਮੱਥਾ ਟੇਕਣ। ਹੁਣ ਸ਼ਾਇਦ ਉਹਨਾਂ ਨੂੰ ਵੀ ਕੋਈ ਮੋੜਾ ਪਿਆ ਹੋਵੇ ਜਾਂ ਕੋਈ ਨਵੀਂ ਗੱਲ ਕੱਢ ਕੇ ਮਾਰਨ ਤੇ ਮੀਡੀਆ ਵਾਲੇ ਵੀ ਜ਼ਰੂਰ ਉੱਥੇ ਪਹੁੰਚਣਗੇ ਕਿ ਦੱਸੋ ਇਹ ਕੀ ਹੋ ਰਿਹਾ ਤੇ ਕੀ ਕਰ ਰਹੇ ਹੋ। ਸੋ ਸਾਰੀਆਂ ਗੱਲਾਂ ਜਿਹੜੀਆਂ ਸਵਲੀਨ ਜੀ ਤੁਸੀਂ ਸਵਾਲ ਪੁੱਛਿਆ ਕਿ ਕਿਸਾਨ ਅੰਦੋਲਨ
ਨਾਲ ਕੋਵਿਡ ਨਾਲ ਨਜਿੱਠਣ ਦੀ ਸਮੱਸਿਆ ਜੀ। ਤੇ ਸਰਕਾਰ ਦਾ ਓਵਰਆਲ ਇਮੇਜ, ਬੰਗਾਲ ਚੋਣਾਂ ਦੇ ਨਤੀਜੇ, ਇਹ ਸਾਰੀਆਂ ਗੱਲਾਂ ਮਿਲਾ ਕੇ ਜਿਹੜਾ ਹੈ ਕੋਈ ਨਾ ਕੋਈ ਫੈਕਟਰ ਜਿਹੜੇ ਨੇ ਬਣ ਰਹੇ ਨੇ, ਜਿਹਦੇ ਕਰਕੇ ਮੋਦੀ ਸਰਕਾਰ ਦੀ ਥੋੜੀ ਜਿਹੀ ਬਹੁਤ ਜ਼ਿਆਦਾ ਨਹੀਂ ਥੱਲੇ ਗਈ। ਜੀ। ਹਾਂ, ਇਹ ਉਦਾਂ ਜਿਹੜਾ ਓਵਰਆਲ ਕਿੰਨੀ ਜ਼ਿਆਦਾ ਲੋਕਪ੍ਰਿਯਤਾ ਸੀ ਉਸ ਵਿੱਚ ਕਾਫੀ ਗਿਰਾਵਟ ਆਈ ਹੈ, ਜੀ। ਪਰ ਅਜੇ ਵੀ ਕੋਈ ਮੁਕਾਬਲਤਨ ਲੀਡਰ ਜਿਹੜਾ ਹੈ ਉਹਨਾਂ ਦੇ ਕੋਈ ਮੋਦੀ ਦੇ ਮੁਕਾਬਲਤਨ ਭਾਰਤ ਵਿੱਚ ਨਜ਼ਰ ਨਹੀਂ ਆ ਰਿਹਾ, ਖਾਸ ਤੌਰ ਤੇ ਵਿਰੋਧੀ ਧਿਰ ਵਿੱਚ ਕੁਝ ਵੀ ਨਹੀਂ ਹੈ। ਵਿਦੇਸ਼ੀ ਰਸਾਲੇ ਜਿਹੜੇ ਉਹ ਵੀ ਮੋਦੀ ਸਰਕਾਰ ਦੇ ਖਿਲਾਫ ਲਿਖ ਰਹੇ ਨੇ, ਇਹ ਵਾਕਈ ਇੱਕ ਸ਼ਰਮਨਾਕ ਹੀ ਗੱਲ ਹੈ। ਬਿਲਕੁਲ ਹੋ ਸਕਦੀ ਹੈ ਜੇ ਮੰਨੀ ਜਾਵੇ ਤਾਂ। ਜੀ। ਕਈ ਵਾਰੀ ਇੱਕ ਆਰਟੀਕਲ ਛਪਿਆ ਸੀ ਜਿਸ ਦੇ ਵਿੱਚ ਯੋਗੀ ਆਦਿੱਤਿਆਨਾਥ ਦੀ ਸਰਕਾਰ ਦੀ ਟਾਈਮ ਮੈਗਜ਼ੀਨ ਦੇ ਵਿੱਚ ਖੂਬ ਤਾਰੀਫ ਕੀਤੀ ਗਈ ਸੀ, ਪ੍ਰਸ਼ੰਸਾ ਕੀਤੀ ਗਈ ਸੀ, ਤੇ ਬਾਅਦ ਵਿੱਚ ਨਿਕਲਿਆ ਸੀ ਕਿ ਉਹ ਪੇਡ ਜਿਹੜਾ ਇੱਕ ਇਸ਼ਤਿਹਾਰ ਲੇਖ ਜਿਹੜਾ ਸੀ ਉਹ ਲਗਵਾਇਆ ਗਿਆ ਸੀ। ਇਸ ਤਰ੍ਹਾਂ ਜਦੋਂ ਸਰਕਾਰਾਂ ਦੇ ਜ਼ੋਰ ਹੁੰਦੇ ਨੇ ਤੇ ਸਭ ਕੁਝ ਚੱਲਦਾ ਹੈ। ਅਮਰੀਕਾ ਦੇ ਵਿੱਚ ਵੀ ਹਾਲਾਤ ਬਦਲ ਚੁੱਕੇ ਨੇ, ਅੱਗੇ ਟਰੰਪ ਸਨ, ਹੁਣ ਜੋ ਬਾਈਡਨ ਨੇ। ਹੁਣ ਸਾਰੀ ਦੁਨੀਆ ਨੇ ਥੋੜਾ ਜਿਹਾ ਦੇਖ ਲਿਆ ਕਿ ਕਿਸ ਹਿਸਾਬ ਨਾਲ ਚੱਲ ਰਹੇ ਨੇ ਨਰਿੰਦਰ ਮੋਦੀ ਦੀ, ਉਸ ਹਿਸਾਬ ਨਾਲ ਇਹਨਾਂ ਨੂੰ ਆਪਣੀ ਨੀਤੀ ਹੁਣ ਬਦਲਣੀ ਪਏਗੀ। ਜੀ, ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਨਿੱਕੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਮੋਦੀ ਦੀ ਤੇ ਮਮਤਾ ਬੈਨਰਜੀ ਦੀ ਆਪਸ 'ਚ ਕਿਉਂ ਖੜਕ ਰਹੀ ਹੈ ਇੰਨੀ? ਇਹ ਖੜਕ ਰਹੀ ਹੈ ਪਿਛਲੇ ਕਈ ਮਹੀਨਿਆਂ ਤੋਂ, ਤੇ ਅਜੇ ਹੋਰ ਖੜਕੇਗੀ ਜੀ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਹੁਣ ਬੰਗਾਲ ਦੀਆਂ ਇਲੈਕਸ਼ਨਾਂ ਵਾਲਾ ਚੱਕਰ ਤੇ ਮੁੱਕ ਗਿਆ ਜੀ, ਪਰ ਉਸ ਤੋਂ ਬਾਅਦ ਸੀਬੀਆਈ ਜਾ ਧਮਕੀ ਉੱਥੇ, ਤੇ ਸੀਬੀਆਈ ਨੇ ਉੱਥੇ ਦੇ ਕੁਝ ਮੰਤਰੀਆਂ ਨੂੰ ਤੇ ਕੁਝ ਆਗੂਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ। ਉਹ ਬੜਾ ਉਸਦਾ ਰੌਲਾ ਪਿਆ ਕਿ ਮੋਦੀ ਅਜੇ ਵੀ ਨਹੀਂ ਹਟ ਰਿਹਾ। ਉਹ ਦੀਦੀ ਕਹਿ ਕੇ ਸਪੀਚ ਕਰਨ ਵਾਲੇ ਮੋਦੀ ਜਦੋਂ ਇਲੈਕਸ਼ਨ ਹਾਰ ਗਏ ਨੇ ਤੇ ਫਿਰ ਉਹਨਾਂ ਨੂੰ ਥੋੜਾ ਪਿੱਛੇ ਹਟਣਾ ਚਾਹੀਦਾ ਸੀ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇੰਨੀਆਂ ਵੱਡੀਆਂ ਰੈਲੀਆਂ ਕਰਨ ਦੀ ਲੋੜ ਕੀ ਸੀ। ਬੰਗਾਲ ਬਹੁਤ ਬੁਰੀ ਤਰ੍ਹਾਂ ਮਧੋਲਿਆ ਗਿਆ ਹੈ ਬਿਮਾਰੀ ਦੇ ਨਾਲ, ਪਰ ਬੰਗਾਲ ਨੂੰ ਇੱਕ ਵਾਰੀ ਫੇਰ ਮਧੋਲਿਆ ਜਿਵੇਂ ਬਿਮਾਰੀ ਨੇ ਕੋਈ ਕਸਰ ਛੱਡੀ ਹੋਵੇ। ਬੰਗਾਲ ਤੇ ਉੜੀਸਾ ਨੂੰ ਖਾਸ ਤੌਰ ਤੇ ਯਾਸ ਤੂਫਾਨ ਨੇ, ਚੱਕਰਵਾਤੀ ਤੂਫਾਨ, ਸਾਈਕਲੋਨ, ਇਸ ਸਮੁੰਦਰੀ ਤੂਫਾਨ ਨੇ ਪੂਰੀ ਤਰ੍ਹਾਂ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ। ਤੇ ਨਰਿੰਦਰ ਮੋਦੀ ਇੱਕ ਵਾਰੀ ਫੇਰ ਜਹਾਜ਼ ਲੈ ਕੇ ਪਹੁੰਚ ਗਿਆ ਉੱਥੇ ਦੌਰਾ ਕਰਨ, ਤੇ ਹਵਾਈ ਦੌਰਾ ਉਹਨਾਂ ਨੇ ਕੀਤਾ। ਤੇ ਜਿਵੇਂ ਤੌਕਤੇ ਤੂਫਾਨ ਦੇ ਸਮੇਂ ਉਹਨਾਂ ਨੇ ਦੂਸਰੇ ਪਾਸੇ ਦਾ, ਗੁਜਰਾਤ ਵਾਲੇ ਪਾਸੇ ਦਾ ਦੌਰਾ ਕੀਤਾ ਸੀ, ਇਸ ਵਾਰੀ ਇੱਧਰ ਆ ਗਏ ਨੇ। ਜੀ। ਹੁਣ ਦੌਰਾ ਕਰਨ ਵੇਲੇ ਜ਼ਾਹਿਰਾ ਤੌਰ ਤੇ ਲੋਕਲ ਆਗੂਆਂ ਨਾਲ ਜਾਂ ਮੰਤਰੀ ਨੂੰ ਜਾਂ ਮੁੱਖ ਮੰਤਰੀ ਨੂੰ ਜਾਂ ਸਕੱਤਰਾਂ ਨੂੰ ਉਹਨਾਂ ਨੇ ਮਿਲਣਾ ਸੀ। ਪ੍ਰਧਾਨ ਮੰਤਰੀ ਆਏ ਨੇ, ਕੋਈ ਛੋਟੀ ਗੱਲ ਤਾਂ ਹੈ ਨਹੀਂ। ਜੀ ਜੀ। ਇਹ ਵਿਰੋਧੀ ਧਿਰ ਵਾਲੀ ਉੱਥੇ ਕੋਈ ਗੱਲ ਨਹੀਂ ਹੁੰਦੀ, ਚਾਹੇ ਕੋਈ ਵੀ ਹੋਵੇ। ਸੰਵਿਧਾਨਿਕ ਅਹੁਦੇ ਨੇ ਤੇ ਇੱਕ ਦੂਸਰੇ ਦਾ ਸਤਿਕਾਰ ਅਹੁਦਿਆਂ ਦਾ ਤੇ ਕਰਨਾ ਬਣਦਾ ਹੈ, ਵਿਅਕਤੀਤਵ ਭਾਵੇਂ ਜੋ ਵੀ ਹੋਵੇ। ਪਰ ਇੱਥੇ ਵੀ ਰਾਜਨੀਤੀ ਭਾਰੂ ਰਹੀ। ਇੱਕ 에ਅਰ ਬੇਸ ਤੇ ਸਿਰਫ 15 ਮਿੰਟ ਲਈ ਮਮਤਾ ਬੈਨਰਜੀ ਉਹਨਾਂ ਨੂੰ ਮਿਲੀ ਹੈ, ਤੇ ਜਦੋਂ ਬਾਅਦ ਵਿੱਚ ਵੱਡੀ ਮੀਟਿੰਗ ਸੀ ਉੱਥੇ ਪਹੁੰਚੇ ਨਹੀਂ। ਉਡੀਕ ਕਰਵਾਈ ਨਰਿੰਦਰ ਮੋਦੀ ਨੂੰ, ਤੇ ਫਿਰ ਮੀਟਿੰਗ ਵਿੱਚ ਨਾ ਆਉਣ ਤੇ ਜਿਹੜਾ ਸੀ ਉਹ ਥੋੜੀ ਸੀ ਬੀਜੇਪੀ ਵਾਲੇ ਆਗੂਆਂ ਨੇ ਤੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਤੇ ਇੱਥੋਂ ਤੱਕ ਕਿ ਬੰਗਾਲ ਦੇ ਰਾਜਪਾਲ ਵੱਲੋਂ ਨਾਰਾਜ਼ਗੀ ਜ਼ਾਹਰ ਕੀਤੀ ਗਈ। ਹੁਣ ਮਮਤਾ ਬੈਨਰਜੀ ਬਾਰੇ ਇਹ ਵੀ ਗੱਲ ਸਾਹਮਣੇ ਆਈ ਕਿ ਅਸੀਂ ਜਿਹੜੀ ਆਪਣੀ ਗੱਲ ਕਰਨੀ ਸੀ ਅਸੀਂ 15 ਮਿੰਟ ਦੇ ਵਿੱਚ ਕਰ ਦਿੱਤੀ ਹੈ, ਅਸੀਂ ਆਪਣੀ ਡਿਟੇਲ ਰਿਪੋਰਟ ਸੌਂਪ ਦਿੱਤੀ ਹੈ, ਸਾਨੂੰ ਆਹ ਚਾਹੀਦਾ ਤੇ ਅਸੀਂ ਇਸ ਤੋਂ ਬਾਅਦ ਕੀ ਗੱਲ ਕਰਨੀ ਸੀ। ਪਰ ਅੰਦਰ ਖਾਤੇ ਇੱਕ ਦੋ ਗੱਲਾਂ ਹੋਰ ਵੀ ਨਿਕਲ ਕੇ ਸਾਹਮਣੇ ਆਈਆਂ ਨੇ। ਇਹ ਪਤਾ ਲੱਗ ਗਿਆ ਮਮਤਾ ਬੈਨਰਜੀ ਨੂੰ ਕਿ ਜਿਸ ਮੀਟਿੰਗ ਦੇ ਵਿੱਚ ਨਰਿੰਦਰ ਮੋਦੀ ਨੂੰ ਉਹਨਾਂ ਨੇ ਮਿਲਣ ਜਾਣਾ ਹੈ, ਉੱਥੇ ਪੱਛਮੀ ਬੰਗਾਲ ਦੇ ਰਾਜਪਾਲ ਤੇ ਵਿਰੋਧੀ ਧਿਰ ਦੇ ਆਗੂ ਪਹਿਲੇ ਪਹੁੰਚੇ ਹੋਏ ਨੇ। ਇਹ ਗੱਲ ਕਿਤੋਂ ਸੁਣਨ ਨੂੰ ਮਿਲੀ ਹੈ ਕਿ ਮਮਤਾ ਬੈਨਰਜੀ ਨੇ ਇਹ ਗੱਲ ਆਖੀ ਕਿ ਜਿੱਥੇ ਮੁੱਖ ਮੰਤਰੀ ਦੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਹੋਵੇ ਉੱਥੇ ਰਾਜਪਾਲ ਦਾ ਤੇ ਵਿਰੋਧੀ ਧਿਰ ਦੇ ਆਗੂ ਦਾ ਕੀ ਕੰਮ ਹੈ। ਜੇ ਕੋਈ ਰਾਜਨੀਤਿਕ ਮੀਟਿੰਗ ਹੋਵੇ ਤਾਂ ਵੱਖਰੀ ਗੱਲ ਹੈ, ਉਹ ਕੀ ਕਰ ਰਹੇ ਸਨ ਉੱਥੇ। ਉਹਨਾਂ ਨੇ ਕਿਹਾ ਕਿ ਇਸ ਗੱਲ ਤੋਂ ਚਿੜ ਕੇ ਮਮਤਾ ਬੈਨਰਜੀ ਜਿਹੜੇ ਸੀ ਉਹ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ, ਤੇ ਉਹਨਾਂ ਨੇ ਜੇ ਉਹ ਸਟੈਪ ਕੋਈ ਲਿਆ ਹੁਣ ਤੇ ਜ਼ਾਹਿਰਾ ਤੌਰ ਤੇ ਨਵੇਂ ਮੁੱਖ ਮੰਤਰੀ ਨੇ, ਭਾਵੇਂ ਤੀਜੀ ਵਾਰੀ ਲਗਾਤਾਰ ਬਣ ਕੇ ਨੇ, ਪਰ ਹੁਣੇ ਇਲੈਕਸ਼ਨਾਂ ਜਿੱਤੀਆਂ ਨੇ ਬੜੇ ਜ਼ੋਰਦਾਰ ਤਰੀਕੇ ਨਾਲ, ਤੇ ਇਸ ਗੱਲ ਦਾ ਉਹਨਾਂ ਨੂੰ ਥੋੜਾ ਜਿਹਾ ਵਜ਼ਨ ਉਹਨਾਂ ਨੇ ਵੀ ਆਪਣਾ ਦਿਖਾਉਣਾ ਹੈ। ਹੁਣ ਉਹਨਾਂ ਦੇ ਚੀਫ ਸੈਕਟਰੀ ਨੂੰ ਬੰਗਾਲ ਦੇ ਨੂੰ ਕੇਂਦਰ ਦੀ ਸਰਕਾਰ ਨੇ ਸੱਦਾ ਭੇਜ ਦਿੱਤਾ ਹੈ ਕਿ ਤੁਸੀਂ ਹੁਣ ਦਿੱਲੀ ਆਓ, ਤੁਹਾਡੇ ਨਾਲ ਅਸੀਂ ਗੱਲਬਾਤ ਕਰਨੀ ਹੈ। ਤੇ ਮਮਤਾ ਬੈਨਰਜੀ ਫੇਰ ਅੜ ਗਏ ਨੇ। ਉਹ ਕਹਿੰਦੇ ਨੇ ਕਿ ਅਸੀਂ ਨਹੀਂ ਭੇਜਣਾ, ਇਸ ਮੌਕੇ ਤੇ ਅਸੀਂ ਤੇ ਬੜੇ ਔਖੇ ਹਾਂ ਤੇ ਸਾਨੂੰ ਜਗ੍ਹਾ ਜਗ੍ਹਾ ਜਾਣਾ ਪੈਂਦਾ ਹੈ, ਤੇ ਅਸੀਂ ਤੇ ਤੂਫਾਨ ਨਾਲ ਨਜਿੱਠਣ ਲਈ ਵੱਖਰੀਆਂ ਨੀਤੀਆਂ ਬਣਾ ਰਹੇ, ਤਾਂ ਤੁਸੀਂ ਸਾਨੂੰ ਦਿੱਲੀ ਕਿਸ ਕੰਮ ਲਈ ਬੁਲਾ ਰਹੇ ਹੋ। ਅਸੀਂ ਨਹੀਂ ਭੇਜਣਾ, ਇਸ ਗੱਲ ਸਾਡੇ ਕੋਲ ਮੁਸ਼ਕਲ ਹੈ ਤੇ ਅਸੀਂ ਭੇਜਣਾ ਵੀ ਨਹੀਂ, ਨਾ ਕਰ ਦਿੱਤੀ ਹੈ। ਹੁਣ ਕੇਂਦਰ ਸਰਕਾਰ ਇਸ ਮੌਕੇ ਤੇ ਕੀ ਕਰਦੀ ਹੈ ਇਹ ਬਾਅਦ ਵਿੱਚ ਦੇਖਣ 'ਚ ਪਤਾ ਲੱਗੇਗਾ। ਪਰ ਇਸ ਮਾਮਲੇ ਵਿੱਚ ਵੀ ਨਰਿੰਦਰ ਮੋਦੀ ਨੂੰ ਮੈਂ ਸਮਝਦਾ ਕਿ ਇੱਕ ਵਾਰੀ ਫਿਰ ਠਿੱਪੀ ਲਾਉਣ ਦੇ ਵਿੱਚ ਮਮਤਾ ਬੈਨਰਜੀ ਸਫਲ ਹੋਈ ਹੈ। ਮਮਤਾ ਬੈਨਰਜੀ ਆਪਣਾ ਦਮਖਮ ਦਿਖਾ ਰਹੀ ਹੈ, ਔਰ ਜਿਸ ਤਰ੍ਹਾਂ ਦਾ ਦਮਖਮ ਦਿਖਾ ਰਹੀ ਹੈ ਉਹਨਾਂ ਦੀ ਜਿਹੜੀ ਛਵੀ ਹੈ ਹੋਰ ਜ਼ਿਆਦਾ ਉੱਭਰ ਕੇ ਇੱਕ ਸਾਦਾ ਔਰਤ ਪੈਰੀ ਚੱਪਲਾਂ ਤੇ ਇੱਕ ਸਾਦਾ ਜੀ ਸਾੜੀ ਪਹਿਨਣ ਵਾਲੀ ਔਰਤ ਜਿਹੜੀ ਹੈ ਬੜੀ ਸਟਰੋਂਗ ਲੀਡਰ ਵਜੋਂ ਉੱਪਰ ਕੇ
ਕੌਮੀ ਪੱਧਰ ਤੇ ਸਾਹਮਣੇ ਆ ਰਹੀ ਹੈ, ਜਿਸ ਬਾਰੇ ਭਾਜਪਾ ਨੂੰ ਗੰਭੀਰਤਾ ਨਾਲ ਸੋਚਣਾ ਪਏਗਾ। ਜੀ ਤੇ ਜਿੰਨਾ ਲਾਈਟਲੀ ਉਹ ਮਮਤਾ ਬੈਨਰਜੀ ਨੂੰ ਲੈ ਰਹੇ ਨੇ, ਇਸ ਗੱਲ ਵਿੱਚ ਉਹਨਾਂ ਨੂੰ ਸੋਚਣਾ ਪਏਗਾ ਕਿ ਕਿਤੇ ਉਹ ਗਲਤੀ ਤਾਂ ਨਹੀਂ ਕਰ ਰਿਹਾ। ਜੀ ਹੁਣ ਮਮਤਾ ਬੈਨਰਜੀ ਨੇ ਆਪਣੇ ਸਟੈਂਡ ਲੈ ਕੇ ਬੰਗਾਲ ਦੇ ਲੋਕਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ ਤੇ ਆਪਣੇ ਸਟੈਂਡ ਤੇ ਫਰਮ ਜਿਹੜਾ ਇਹ ਗੱਲ ਕੀਤੀ ਹੈ। ਇਸ ਗੱਲ ਦਾ ਨਤੀਜਾ ਜਿਹੜਾ ਹੈ ਕੀ ਨਿਕਲੇਗਾ, ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਜੀ ਕੁਲਦੀਪ ਜੀ, ਅਗਲੇ ਮੁੱਦੇ ਵੱਲ ਰੁਖ ਕਰਦੇ ਹਾਂ। ਭਾਰਤ ਵਿੱਚ ਅਰਬਾਂ ਡਾਲਰਾਂ ਦਾ ਨਿਵੇਸ਼ ਕਰਨ ਵਾਲੀ ਕੰਪਨੀ ਨੂੰ ਲੈ ਕੇ ਕੁਝ ਤੱਥ ਸਾਹਮਣੇ ਆ ਰਹੇ ਨੇ, ਉਹ ਕੀ ਨੇ? ਦੇਖੋ, ਬੜੀਆਂ ਅਜੀਬ ਗੱਲਾਂ ਤੇ ਇਸ ਮੁਲਕ ਵਿੱਚ ਹੁੰਦੀਆਂ ਰਹਿੰਦੀਆਂ ਨੇ। ਕਈ ਸਾਡੇ ਇਹੋ ਜਿਹੇ ਲੋਕ ਵੀ ਸਨ ਜਿਹੜੇ ਕਹਿੰਦੇ ਸੀ ਦੇਖੋ ਅਸੀਂ ਹਜ਼ਾਰਾਂ ਲੱਖਾਂ ਕਰੋੜਾਂ ਦਾ ਨਿਵੇਸ਼ ਅਸੀਂ ਲੈ ਆਉਣਾ। ਬੜੇ ਦਾਅਵੇ ਕੀਤੇ ਜਾਂਦੇ ਰਹੇ ਨੇ। ਇੱਥੋਂ ਤੱਕ ਕਿ ਪੰਜਾਬ ਦੀ ਵੀ ਅਸੀਂ ਗੱਲ ਕਰੀਏ ਸਵਲੀਨ ਜੀ, ਤੇ ਕਈ ਵਾਰੀ ਇੱਥੇ ਵੀ ਬਾਹਰਲੇ ਦੇਸ਼ਾਂ ਨਾਲ ਜਾ ਕੇ ਮੁਲਾਕਾਤਾਂ ਕੀਤੀਆਂ ਜਾਂਦੀਆਂ ਨੇ। ਅਕਾਲੀ ਸਰਕਾਰ ਦੇ ਵੇਲੇ ਵੀ ਇਹੋ ਜਿਹੀਆਂ ਗੱਲਾਂ ਹੋਈਆਂ ਕਿ ਦੇਖੋ ਜੀ ਇੱਥੇ ਤਾਂ ਫਲਾਨਾ ਨਿਵੇਸ਼ ਆ ਰਿਹਾ, ਫਲਾਂ ਹੋ ਰਿਹਾ, ਤੇ ਹੁੰਦਾ ਬਾਅਦ ਵਿੱਚ ਕੁਝ ਵੀ ਨਹੀਂ। ਬਿਲਕੁਲ। ਕੰਪਨੀਆਂ ਨੂੰ ਲਿਆ ਕੇ ਵੀ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ। ਇਹ ਤੇ ਕੋਈ ਕੰਪਨੀਆਂ ਹੁੰਦੀਆਂ ਨੇ ਤੇ ਕਿਸੇ ਦੇਸ਼ ਨਾਲ ਕੋਈ ਵਾਕਿਆ ਹੀ ਕੋਈ ਡਿਪਲੋਮੈਟਿਕ ਜਾਂ ਕੂਟਨੀਤਿਕ ਪੱਧਰ ਤੇ ਮੀਟਿੰਗਾਂ ਹੁੰਦੀਆਂ ਨੇ, ਤੇ ਜਿੱਥੇ ਹੋਵੇ ਕੁਛ ਨਾ ਤੇ ਫਿਰ ਤੁਸੀਂ ਕੀ ਆਖੋਗੇ। ਇਹ ਇੱਕ ਕੰਪਨੀ ਹੈ, ਇਹ ਕੰਪਨੀ ਬੜੀ ਅਜੀਬੋ-ਗਰੀਬ ਹੈ। ਇਸ ਦੀ ਇੱਕ ਇਸ਼ਤਿਹਾਰ ਨੇ ਜਿਹੜਾ ਰੌਲਾ ਸਾਰਾ ਪਾਇਆ। ਹੁਣ ਇਸ਼ਤਿਹਾਰ ਛੋਟਾ ਮੋਟਾ ਨਹੀਂ ਹੈ। ਜੇ ਉਸ ਨੂੰ ਗੌਰ ਨਾਲ ਵੇਖਿਆ ਜਾਵੇ ਤੇ ਦੋ ਇੰਡੀਆ ਦੇ ਵੱਡੇ ਜਿਹੜੀਆਂ ਅਖਬਾਰਾਂ ਨੇ, ਵੱਡੇ ਅਦਾਰੇ ਨੇ, ਉਹਨਾਂ ਦੀਆਂ ਦੋ ਵੱਡੀਆਂ ਅਖਬਾਰਾਂ ਨੇ, ਉਹਨਾਂ ਦੇ ਵਿੱਚ ਫਰੰਟ ਪੇਜ ਤੇ ਇਹ ਇਸ਼ਤਿਹਾਰ ਛਪਿਆ। ਟਾਈਮਜ਼ ਆਫ ਇੰਡੀਆ ਦੁਨੀਆ ਦੇ ਵਿੱਚ ਸਭ ਤੋਂ ਵੱਧ ਸਰਕੂਲੇਸ਼ਨ ਉਸ ਅਖਬਾਰ ਦੀ ਦੱਸੀ ਜਾਂਦੀ ਹੈ ਰਿਕਾਰਡਾਂ ਦੇ ਮੁਤਾਬਕ, ਤੇ ਇਕਨੋਮਿਕ ਟਾਈਮਜ਼ ਜੋ ਵਿੱਤੀ ਮਾਮਲਿਆਂ ਦੇ ਬਾਰੇ ਸਭ ਤੋਂ ਵੱਡੀ ਅਖਬਾਰ ਹੋਣ ਦਾ ਦਾਅਵਾ ਕਰਦੀ ਹੈ ਭਾਰਤ ਦੇ ਵਿੱਚ, ਉਸ ਦੇ ਫਰੰਟ ਪੇਜ ਤੇ ਇਹ ਛਪੀ ਹੈ। ਇੱਕ ਕੰਪਨੀ ਦਾ ਨਾਂ ਲਿਖ ਕੇ ਉਹਨਾਂ ਵੱਲੋਂ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਗਈ ਹੈ ਕਿ ਅਸੀਂ ਆਹ ਪਲਾਨ ਜੋ ਸਰਕਾਰ ਚਲਾਉਂਦੀ ਹੈ, ਇਹਨਾਂ ਦੇ ਪਾਈਪਲਾਈਨ ਪ੍ਰੋਜੈਕਟ ਜਿਹੜੇ ਹਨ ਜਾਂ ਕੁਛ ਹਨ, ਉਹਨਾਂ ਦੇ ਵਿੱਚ ਅਸੀਂ ਇਨਵੈਸਟ ਕਰਨਾ ਚਾਹੁੰਦੇ ਹਾਂ ਬਿਲੀਅਨਸ ਆਫ ਡਾਲਰ। ਜੇ ਮੈਂ ਉਸ ਦੀ ਅੰਕੜਿਆਂ ਦੇ ਵਿੱਚ ਦੱਸਾਂ ਤਾਂ 36 ਲੱਖ ਕਰੋੜ ਰੁਪਏ ਜਿਹੜੇ ਹਨ ਉਹ ਦੱਸੇ ਗਏ ਨੇ ਕਿ ਇੰਨੇ ਇਨਵੈਸਟ ਅਸੀਂ ਕਰਨੇ ਨੇ। ਹੁਣ ਇਸ ਦੇ ਵਿੱਚ ਪਹਿਲੇ ਪੰਨੇ ਤੇ ਪਿਛਲੇ ਸੋਮਵਾਰ ਨੂੰ ਇਹ ਛਪੀ ਹੈ, ਹਫ਼ਤਾ ਹੋ ਗਿਆ। ਇਸ ਦੇ ਬਾਰੇ ਫਿਰ ਸ਼ੱਕ ਤੇ ਉੱਠਣਾ ਸੀ। ਹੁਣ ਜਦੋਂ ਇੰਨੀਆਂ ਵੱਡੀਆਂ ਸਵਲੀਨ ਜੀ ਅਖਬਾਰਾਂ ਨੇ ਤੇ ਉਹਨਾਂ ਦੇ ਫਰੰਟ ਪੇਜ ਦੀ ਰੰਗਦਾਰ ਐਡਵਰਟਾਈਜ਼ਮੈਂਟ ਇਸ਼ਤਿਹਾਰ ਕਿੰਨੇ ਲੱਖਾਂ ਦਾ ਹੋਏਗਾ, ਉਹ ਪੈਸੇ ਕਿੰਨ ਖਰਚੇ ਨੇ, ਕਿੱਥੋਂ ਆਏ ਨੇ, ਕੀ ਰਿਸੋਰਸ ਹੈ, ਤੇ ਉਹਨਾਂ ਨੇ ਕਿਉਂ ਛਾਪੇ ਨੇ, ਇਸ ਗੱਲ ਦੀ ਛਾਣਬੀਣ ਮਾੜੀ ਮੋਟੀ ਹੁਣ ਆਉਣ ਵਾਲੇ ਦਿਨਾਂ 'ਚ ਹੋਵੇਗੀ। ਪਰ ਇਹ ਸਾਰੀ ਗੱਲ ਕਿਹਨੇ ਕੀਤੀ ਤੇ ਕਰਵਾਈ ਹੈ ਤੇ ਕੀ ਸ਼ਰਾਰਤ ਹੈ ਜਾਂ ਕਿਹਨੂੰ ਭਰਮ ਭੁਲੇਖਿਆਂ 'ਚ ਪਾਉਣ ਦਾ ਯਤਨ ਕੀਤਾ ਜਾ ਰਿਹਾ, ਇਸ ਬਾਰੇ ਅਜੇ ਕੁਝ ਨਹੀਂ। ਪਰ ਕੰਪਨੀ ਬਾਰੇ ਥੋੜ੍ਹਾ ਜਿਹਾ ਦੱਸ ਦਈਏ ਕਿ ਇਹ ਇੱਕ ਕੰਪਨੀ ਜਿਹੜੀ ਹੈ, ਇਸ ਦਾ ਪਤਾ ਦਿੱਤਾ ਗਿਆ ਹੈ ਅਮਰੀਕਾ ਦਾ ਵਿੱਚ। ਤੇ ਜਦੋਂ ਕੋਈ ਪੱਤਰਕਾਰ ਭਾਈ ਉੱਥੇ ਪਹੁੰਚੇ ਨੇ ਤੇ ਉਹ ਜਿਹੜਾ ਐਡਰੈਸ ਦਿੱਤਾ ਗਿਆ ਸੀ ਉਹ ਇੱਕ ਰਿਹਾਇਸ਼ੀ ਇਮਾਰਤ ਦਾ ਨਿਕਲਿਆ। ਉੱਥੇ ਤੇ ਕੋਈ ਇਮਾਰਤ ਹੈ ਹੀ ਨਹੀਂ, ਕੋਈ ਕਮਰਸ਼ੀਅਲ ਬਿਲਡਿੰਗ ਹੀ ਨਹੀਂ ਹੈ। ਫਿਰ ਇਸ ਦੇ ਜਦੋਂ ਪੁਰਾਣੇ ਵਿੱਤੀ ਰਿਕਾਰਡ ਇਸ ਕੰਪਨੀ ਦੇ ਫੋਲੇ ਗਏ ਤਾਂ ਉਹਨਾਂ ਵਿੱਚ ਸਾਹਮਣੇ ਆਇਆ ਕਿ ਅੱਜ ਤੋਂ ਕਈ ਸਾਲ ਪਹਿਲਾਂ 1 ਲੱਖ ਰੁਪਏ ਦੇ ਨਾਲ ਇਹ ਕੰਪਨੀ ਇੱਕ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਬਹੁਤਾ ਕੋਈ ਕੰਮਕਾਜ ਫਿਰ ਚੱਲਿਆ ਨਹੀਂ। ਹੌਲੀ ਇਹ ਕੰਪਨੀ ਡਿਫਾਲਟਰ ਹੋ ਗਈ ਤੇ ਬੰਦ ਹੋ ਗਈ ਹੈ। ਇਸ ਵਿੱਚ ਹੋਰ ਜ਼ਿਆਦਾ ਕੁਝ ਨਹੀਂ ਹੈ। ਇਸ ਦੇ 8-7 ਬੋਰਡ ਆਫ ਡਾਇਰੈਕਟਰ ਦੇ ਨਾਂ ਜਿਹੜੇ ਨੇ ਦਿੱਤੇ ਗਏ ਨੇ, ਉਹਨਾਂ ਵਿੱਚੋਂ ਕਿਸੇ ਨੇ ਵੀ ਮੀਡੀਆ ਦਾ ਕੋਈ ਖਾਸ ਜਵਾਬ ਨਹੀਂ ਦਿੱਤਾ ਸਿਵਾਏ ਇੱਕ ਮੁਖੀ ਦੇ, ਜਿਹਦੇ ਵੱਲੋਂ ਇਹ ਇਸ਼ਤਿਹਾਰ ਛਾਪਿਆ ਗਿਆ ਸੀ। ਉਹਨੇ ਇੰਨੀ ਗੱਲ ਆਖੀ ਕਿ ਅਸੀਂ ਭਾਰਤ ਸਰਕਾਰ ਨਾਲ ਸਾਡੀ ਗੱਲ ਚੱਲ ਰਹੀ ਹੈ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਨੂੰ ਆਪਣੇ ਵੇਰਵੇ ਦੇ ਦਿੱਤੇ ਨੇ ਤੇ ਫਿਰ ਅਸੀਂ ਛੇਤੀ ਤੁਹਾਡੇ ਨਾਲ ਸਾਂਝੇ ਕਰਾਂਗੇ। ਉਹ ਵੇਰਵੇ ਕਿਹਨੂੰ ਦਿੱਤੇ ਨੇ, ਭਾਰਤ ਸਰਕਾਰ ਦੇ ਕਿਹੜੇ ਅਦਾਰੇ ਨੂੰ ਦਿੱਤੇ ਨੇ। ਭਾਰਤ ਸਰਕਾਰ ਨਾਲ ਜਦੋਂ ਗੱਲਬਾਤ ਮੀਡੀਆ ਨੇ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਵੇਰਵਾ ਜੇ ਇਹੋ ਜਿਹੀ ਰਿਕੁਐਸਟ ਜਿਹੜੀ ਹੈ ਉਹ ਨਹੀਂ ਪ੍ਰਾਪਤ ਹੋਈ। ਹੁਣ ਕੀ ਨੀਤੀਯੋਗ ਨੂੰ ਦਿੱਤੇ ਨੇ, ਉਹਨਾਂ ਨੇ ਵੀ ਨਾ ਕਰ ਦਿੱਤੇ ਕਿ ਸਾਨੂੰ ਕੁਝ ਨਹੀਂ ਮਿਲਿਆ ਭਾਈ, ਸਾਡੇ ਕੋਲ ਕੁਝ ਵੀ ਨਹੀਂ ਆ। ਸੋ ਇਹ ਸਾਰਾ ਕੁਝ ਇਹ ਜਿਹੜਾ ਇੱਕ ਬੜਾ ਭੇਤ ਬਣਿਆ ਹੋਇਆ ਕਿ ਕੰਪਨੀ ਕਿਹਦੀ ਹੈ ਤੇ ਕੀ ਕਰਨਾ ਚਾਹੁੰਦੀ ਹੈ। ਤੇ ਇੱਕ ਸਫੇ ਦੀ ਵੈਬਸਾਈਟ ਹੈ। ਆਮ ਤੌਰ ਤੇ ਜਿਹੜੀ ਠੀਕ ਠਾਕ ਕੰਪਨੀ ਹੋਵੇ ਉਸ ਦੇ ਕਈ ਸਫਿਆਂ ਦੀਆਂ ਵੈਬਸਾਈਟਾਂ ਹੁੰਦੀਆਂ ਨੇ, ਆਪਣੇ ਪੁਰਾਣੇ ਕੀਤੇ ਹੋਏ ਕੰਮਾਂ ਦੀਆਂ, ਆਪਣਾ ਆਰਗੇਨਾਈਜੇਸ਼ਨ ਜਿਹੜੀ ਸਟਰਕਚਰ ਹੈ, ਸਾਰਿਆਂ ਦੀ ਡਿਟੇਲ ਜਿਹੜੀ ਹੈ, ਉਹਨਾਂ ਦੇ ਕੰਟੈਕਟਸ, ਉਹਨਾਂ ਦੇ ਈਮੇਲਸ, ਸਭ ਕੁਝ ਦਿੱਤਾ ਜਾਂਦਾ ਹੈ। ਤੇ ਇੱਥੇ ਕੁਝ ਵੀ ਨਹੀਂ ਹੈ। ਇਸ ਤਰ੍ਹਾਂ ਦਾ ਵੱਡਾ ਇਸ਼ਤਿਹਾਰ ਛਾਪਣਾ, ਮੈਂ ਸਮਝਦਾ ਕਿ ਸਰਕਾਰ ਜੇ ਸੁਹਿਰਦ ਹੈ, ਖਾਸ ਤੌਰ ਤੇ ਸਾਡੀ ਕੇਂਦਰ ਸਰਕਾਰ, ਜਾਂ ਜਿੱਥੋਂ ਇਹ ਇਸ਼ਤਿਹਾਰ ਜਿਹੜੇ ਨੇ ਓਰੀਜੀਨੇਟ ਹੋਏ ਨੇ ਜਾਂ ਜਿਹੜੇ ਲੋਕਲ ਐਡਰੈਸ ਉਹਨਾਂ ਦੇ ਦਿੱਤੇ ਗਏ ਨੇ, ਉੱਥੇ ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਅਖਬਾਰਾਂ ਘੱਟੋ ਘੱਟ ਜਵਾਬ ਦੇਣ ਕਿ ਤੁਹਾਡੇ ਕੋਲ ਕਿਸ ਵਿਅਕਤੀ ਨੇ ਪਹੁੰਚ ਕੀਤੀ ਹੈ ਤੇ ਕਿਸ ਮਨਸ਼ੇ ਦੇ ਨਾਲ ਇਸ਼ਤਿਹਾਰ ਜਿਹੜੇ ਨੇ ਛਾਪੇ ਗਏ ਨੇ। ਇਹ ਇਸ ਕਰਕੇ ਇਹਨੂੰ ਇਹ ਵੀ ਕਈ ਲੋਕ ਕਹਿਣਗੇ ਕਿ ਕੀ ਲੋੜ ਹੈ ਪੁੱਛਣ ਦੀ, ਇਹ ਮਰਜ਼ੀ ਹੈ। ਉਹਨਾਂ ਨੇ ਉਸ ਇਸ਼ਤਿਹਾਰ ਦੇ ਵਿੱਚ ਇਹ ਲਿਖਿਆ ਭਾਰਤ ਸਰਕਾਰ ਨੂੰ ਕਿ ਮੋਦੀ ਜੀ ਅਸੀਂ ਇੰਨੇ ਪੈਸੇ ਇਨਵੈਸਟ ਕਰਨਾ ਚਾਹੁੰਦੇ ਹਾਂ ਤੇ ਅਸੀਂ ਜਿਹੜੇ ਇੰਨੀ ਇੱਕ ਵੱਡੀ ਕੰਪਨੀ ਤੇ ਇੰਨੇ ਬਿਲੀਅਨਸ ਡਾਲਰ ਜਿਹੜੇ ਇੰਡੀਆ ਵਿੱਚ ਲੈ ਕੇ ਆ ਰਹੇ ਹਾਂ। ਜੇ ਲੋਕਾਂ ਨੂੰ ਇਸ ਤਰ੍ਹਾਂ ਦਾ ਭਰਮ ਪਾ ਦਿੱਤਾ ਜਾਵੇ ਰੁਜ਼ਗਾਰ ਦਾ ਤੇ ਹੋਰਨਾਂ ਚੀਜ਼ਾਂ ਦਾ,
ਤੇ ਇਸ ਨਾਲ ਤੇ ਕਈ ਸਮੀਕਰਨ ਬਦਲ ਜਾਣਗੇ। ਜਿਹੜੀਆਂ ਕੰਪਨੀਆਂ ਵਾਕਿਆ ਹੀ ਕੰਮ ਕਰ ਰਹੀਆਂ ਤੇ ਕੁਝ ਕਰਨ ਦਾ ਯਤਨ ਕਰ ਰਹੀਆਂ ਨੇ, ਉਹਨਾਂ ਨੂੰ ਤੇ ਵਿਚਾਰਿਆਂ ਨੂੰ ਪਿੱਛੂ ਪੈ ਜਾਣਗੇ ਕਿ ਅਸੀਂ ਹੁਣ ਕੀ ਕਰਾਂਗੇ, ਇੰਨੀ ਵੱਡੀ ਕੰਪਨੀ ਆ ਰਹੀ ਹੈ ਤੇ ਸਾਨੂੰ ਸਾਰਿਆਂ ਨੂੰ ਖਾ ਜਾਵੇਗੀ। ਸਾਰਾ ਢਾਂਚਾ ਤਹਿਸ ਨਹਿਸ ਹੋ ਸਕਦਾ ਹੈ, ਇਕਨੋਮਿਕ ਢਾਂਚਾ, ਜੇ ਇੱਕ ਆਮ ਜਿਹੇ ਦਿਮਾਗ ਨਾਲ ਸੋਚਿਆ ਜਾਵੇ। ਇਸ ਕਰਕੇ ਇਸ ਦੀ ਤਹਿਕੀਕਾਤ, ਜਾਂਚ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਸਰਕਾਰ ਨੂੰ ਹੀ ਕਰਨੀ ਬਣਦੀ ਹੈ। ਅਜੇ ਤੱਕ ਸਿਰਫ ਮੀਡੀਆ ਇਸ ਦੀ ਜਾਂਚ ਕਰ ਰਿਹਾ ਹੈ ਤੇ ਸਰਕਾਰ ਇਸ ਦੇ ਬਾਰੇ ਜੇ ਚੁੱਪ ਰਹਿੰਦੀ ਹੈ ਤਾਂ ਫਿਰ ਸ਼ੱਕ ਦੀ ਸੂਈ ਸਰਕਾਰ ਵੱਲ ਜਾਵੇਗੀ। ਬਿਲਕੁਲ ਬਿਲਕੁਲ ਕੁਲਦੀਪ ਜੀ, ਰੁਖ ਕਰਦੇ ਹਾਂ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵੱਲ। ਖਬਰਾਂ ਆ ਰਹੀਆਂ ਨੇ ਕਿ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਭਾਰਤ ਨਾਲ ਗੱਲਬਾਤ ਕਰਨ ਲਈ ਕੋਈ ਸ਼ਰਤ ਰੱਖਤੀ ਹੈ। ਪਾਕਿਸਤਾਨ ਦੀ ਸਮੱਸਿਆ ਬੜੀ ਲੰਬੀ ਹੈ। ਹੁਣ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਇੱਕ ਕ੍ਰਾਂਤੀਕਾਰੀ ਸ਼ਾਇਰ ਹੋਏ ਨੇ। ਪਾਕਿਸਤਾਨ ਦੇ ਵਿੱਚ ਜਦੋਂ ਭਾਰਤ ਆਜ਼ਾਦ ਹੋਇਆ ਤੇ ਪਾਕਿਸਤਾਨ ਨੂੰ ਵੀ ਆਪਣਾ ਸੰਵਿਧਾਨ ਬਣਾਉਣ ਦਾ ਮੌਕਾ ਮਿਲਿਆ ਤੇ ਥੋੜੇ ਕੋਈ ਸਾਲਾਂ ਦੇ ਬਾਅਦ ਲੋਕਤੰਤਰ ਉੱਥੇ ਜਿਹੜਾ ਸੀ ਉਸ ਦੀਆਂ ਧੱਜੀਆਂ ਉਡਾ ਦਿੱਤੀਆਂ ਗਈਆਂ ਤੇ ਕਈ ਵਾਰੀ ਫੌਜੀ ਸ਼ਾਸਨ ਉੱਥੇ ਲੱਗ ਗਿਆ। ਇੱਕ ਤੋਂ ਇੱਕ ਬਾਅਦ ਕੇ ਜਿਹੜੇ ਡਿਕਟੇਟਰ ਨੇ ਉੱਥੇ ਸਾਹਮਣੇ ਆਏ। ਹਾਲੀਆ ਦੌਰ ਵਿੱਚ ਪਰਵੇਜ਼ ਮੁਸ਼ਰਫ ਜਿਹੜੇ ਉਹ ਆਖਰੀ ਡਿਕਟੇਟਰ ਸਨ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਵੈਸੇ ਗੱਦੀ ਛੱਡ ਦਿੱਤੀ। ਆਮ ਤੌਰ ਤੇ ਡਿਕਟੇਟਰ ਜਿਹੜੇ ਨੇ ਉਹ ਮਰਨ ਉਪਰੰਤ ਹੀ ਗੱਦੀ ਛੱਡਦੇ ਨੇ। ਇੱਥੇ ਪਾਕਿਸਤਾਨ ਦਾ ਇਤਿਹਾਸ ਜਿਹੜਾ ਹੈ ਉਹ ਕਾਫੀ ਡਾਵਾਡੋਲ ਹੈ ਇਸ ਮੁੱਦੇ ਤੇ। ਪਰ ਥੋੜੀ ਜਿਹੀ ਸਟੇਬਿਲਿਟੀ ਪਿਛਲੇ ਕੋ ਮੁਸ਼ਰਫ ਤੋਂ ਬਾਅਦ ਜਿਹੜੀ ਹੈ, ਨਵਾਜ਼ ਸ਼ਰੀਫ ਬਣੇ ਨੇ ਜਾਂ ਜਿਹੜੇ ਹੋਰ ਯੂਸਫ ਰਜ਼ਾ ਗਿਲਾਨੀ ਬਣੇ ਨੇ, ਇਹ ਸਾਰੇ ਆਗੂ ਆਏ ਨੇ ਤੇ ਇਮਰਾਨ ਖਾਨ ਦੀ ਤਹਿਰੀਕ ਇਨਸਾਫ ਪਾਰਟੀ ਜਿਹੜੀ ਆ ਉੱਭਰ ਕੇ ਸਾਹਮਣੇ ਆਈ ਹੈ। ਕੁਲਦੀਪ ਜੀ, ਅਸੀਂ ਇਸ ਮੁੱਦੇ ਤੇ ਵਾਪਸ ਆ ਕੇ ਗੱਲ ਕਰਦੇ ਹਾਂ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਅਸੀਂ ਗੱਲ ਕਰ ਰਹੇ ਸੀ ਭਾਰਤ ਪਾਕਿਸਤਾਨ ਵਿਚਕਾਰ ਜਿਹੜੀ ਗੱਲਬਾਤ ਲਈ ਉਹਨਾਂ ਨੇ ਸ਼ਰਤ ਰੱਖੀ ਹੈ। ਜਿਹੜੀ ਪਾਕਿਸਤਾਨ ਦੀ ਮੈਂ ਗੱਲ ਕਰ ਰਿਹਾ ਸਾਂ ਕਿ ਪਾਕਿਸਤਾਨ ਵਿੱਚ ਫੌਜ ਦਾ ਬਹੁਤ ਜ਼ਿਆਦਾ ਬੋਲਬਾਲਾ ਰਿਹਾ ਤੇ ਹੈ, ਅੱਜ ਦੀ ਡੇਟ ਵਿੱਚ ਵੀ ਹੈ। ਭਾਵੇਂ ਸਰਕਾਰ ਉੱਥੇ ਲੋਕਤੰਤਰਿਕ ਤਰੀਕੇ ਨਾਲ ਚੁਣੀ ਗਈ ਹੈ, ਤਹਿਰੀਕ ਇਨਸਾਫ ਪਾਰਟੀ ਦੀ, ਇਮਰਾਨ ਖਾਨ ਦੀ ਸਰਕਾਰ। ਹੁਣ ਇੱਕ ਸ਼ਾਇਰ ਨੇ ਲਿਖਿਆ ਸੀ ਕਿ ਮੁਲਕ ਮੇਰੇ ਵਿੱਚ ਮੌਜਾਂ ਹੀ ਮੌਜਾਂ, ਜਿੱਧਰ ਦੇਖੋ ਫੌਜਾਂ ਹੀ ਫੌਜਾਂ। ਹੁਣ ਫੌਜਾਂ ਦਾ ਇੰਨਾ ਜ਼ੋਰ ਰਹਿੰਦਾ ਹੈ ਕਿ ਸਰਕਾਰ ਆਮ ਤੌਰ ਤੇ ਇਹ ਵੀ ਆਖਿਆ ਜਾਂਦਾ ਹੈ ਕਿ ਸਰਕਾਰ ਬਣਦੀ ਵੀ ਉਹਨਾਂ ਦੀ ਮਰਜ਼ੀ ਨਾਲ ਹੈ। ਇਮਰਾਨ ਖਾਨ ਨੂੰ ਫੌਜ ਦੀ ਸਪੋਰਟ ਸੀ, ਇਹ ਵੀ ਕਿਹਾ ਜਾਂਦਾ ਉੱਥੇ ਦੇ ਮਾਹਿਰਾਂ ਵੱਲੋਂ। ਪਰ ਕਈ ਲੋਕ ਕਹਿੰਦੇ ਨੇ ਕਿ ਠੀਕ ਆ, ਲੋਕਤੰਤਰ ਹੁਣ ਬਹਾਲ ਹੋ ਚੁੱਕਾ ਹੈ। ਪਰ ਉੱਥੇ ਦੇ ਆਗੂਆਂ ਦੀ ਇੱਕ ਮਜਬੂਰੀ ਹੈ ਕਿ ਕਸ਼ਮੀਰ ਦੀ ਗੱਲ ਕਰਨ ਦੇ ਨਾਲ ਹੀ ਉਹਨਾਂ ਦਾ ਸਿਆਸੀ ਜੀਵਨ ਜਿਹੜਾ ਅੱਗੇ ਚੱਲਦਾ ਹੈ। ਆਪਣੇ ਲੋਕਲ ਮੁੱਦਿਆਂ ਬਾਰੇ, ਅੰਦਰੂਨੀ ਮੁੱਦਿਆਂ ਬਾਰੇ ਹੋਰ ਕੋਈ ਗੱਲ ਕਰਨ ਰੋਜ਼ਗਾਰ, ਬੇਰੁਜ਼ਗਾਰੀ, ਅੱਤਵਾਦ, ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਮੁੱਦੇ ਨੇ ਪਾਕਿਸਤਾਨ ਦੇ, ਪਰ ਉਹਨਾਂ ਬਾਰੇ ਕਰਨ ਪਰ ਕਸ਼ਮੀਰ ਦੇ ਮੁੱਦੇ ਨੂੰ ਜੇ ਉਹ ਛੱਡ ਬੈਠਦੇ ਨੇ ਤੇ ਫਿਰ ਉਹਨਾਂ ਦਾ ਰਾਜਨੀਤਿਕ ਜੀਵਨ ਜਿਹੜਾ ਉੱਥੇ ਤਕਰੀਬਨ ਖਤਮ ਹੋ ਜਾਂਦਾ। ਇਮਰਾਨ ਖਾਨ ਇੰਨਾ ਲੰਬਾ ਸਮਾਂ ਚੁੱਪ ਰਹੇ ਨੇ ਤੇ ਇਹ ਹੁਣ ਉਹ ਕਹਿ ਰਹੇ ਨੇ ਕਿ ਭਾਰਤ ਨੇ ਜਿਹੜੀ ਥੋੜੀ ਜਿਹੀ ਇਨੀਸ਼ੀਏਟਿਵ ਲਿਆ ਸੀ ਕਿ ਗੱਲਬਾਤ ਤੋਰੀਏ, ਚਲੀਏ ਅੱਗੇ, ਕੁਝ ਗੱਲਬਾਤ ਕੀਤੀ ਜਾਵੇ, ਤੇ ਉਹਨਾਂ ਨੇ ਕਿਹਾ ਕਿ ਅਸੀਂ ਤੇ ਗੱਲਬਾਤ ਕਰਨ ਨੂੰ ਹਮੇਸ਼ਾ ਤਿਆਰ ਰਹਿੰਦੇ ਹਾਂ, ਪਰ ਸਾਡੀ ਸ਼ਰਤ ਇਹ ਹੈ ਕਿ ਜੋ ਕਸ਼ਮੀਰ ਵਿੱਚ ਪਿਛਲੇ ਸਾਲ ਅਗਸਤ ਮਹੀਨੇ ਕੀਤਾ ਗਿਆ ਉਹ ਸਾਰਾ ਕੁਝ ਵਾਪਸ ਲਓ ਤੇ ਪਹਿਲਾਂ ਵਾਲੇ ਹਾਲਾਤ ਜਿਹੜੇ ਨੇ ਬਹਾਲ ਕਰ ਦਿਓ। ਹੁਣ ਪਹਿਲਾਂ ਵਾਲੇ ਹਾਲਾਤ ਕਿਹੜੇ ਸਨ? ਉਹ ਕਸ਼ਮੀਰ ਤੇ ਫਿਰ ਭਾਰਤ ਦੇ ਕਬਜ਼ੇ ਵਿੱਚ ਸੀ। ਭਾਈ, ਜੇ ਤੁਸੀਂ ਪਹਿਲਾਂ ਵਾਲੇ ਹਾਲਾਤ ਬਹਾਲ ਕਰਾਉਣਾ ਚਾਹੁੰਦੇ ਹੋ ਤੇ 370 ਆਰਟੀਕਲ ਨੂੰ ਮੁੜ ਕੇ ਬਹਾਲ ਕਰਾਉਣਾ ਚਾਹੁੰਦੇ ਹੋ, ਜਾਂ ਲਦਾਖ ਨੂੰ ਜਾਂ ਜੰਮੂ ਨੂੰ ਜਿਹੜਾ ਵੱਖਰਾ ਕੀਤਾ ਗਿਆ ਉਹ ਇੱਕੋ ਕਰਨਾ ਚਾਹੁੰਦੇ ਹੋ, ਤੇ ਫਿਰ ਜੋ ਉਸ ਤਰ੍ਹਾਂ ਸੀ ਉਹ ਤੁਹਾਨੂੰ ਮਨਜ਼ੂਰ ਹੈ। ਸੋ ਇਹ ਸਾਰੀਆਂ ਗੱਲਾਂ ਨੇ। ਇਮਰਾਨ ਖਾਨ ਥੋੜਾ ਜਿਹਾ ਇਸ ਮਾਮਲੇ ਤੇ ਉਖੜੇ ਹੋਏ ਜਾਪੇ ਨੇ। ਉਹਨਾਂ ਨੇ ਇੰਨੀ ਕੁ ਸ਼ਰਤ ਰੱਖ ਦਿੱਤੀ ਹੈ ਤੇ ਉਹਨਾਂ ਨੇ ਇਹ ਨਾਲ ਗੱਲ ਕਹੀ ਹੈ ਕਿ ਭਾਰਤ ਨਾਲ ਵਪਾਰ ਤੇ ਹੋਰ ਗੱਲਾਂ ਤੇ ਗੱਲਬਾਤ ਜਿਹੜੀ ਅੱਗੇ ਨਹੀਂ ਤੋਰੀ ਜਾ ਸਕਦੀ ਜਦੋਂ ਤੱਕ ਕਸ਼ਮੀਰ ਦੇ ਵਿੱਚ ਜਿਹੜੇ ਪਿਛਲੇ ਸਾਲ ਲੈ ਗਏ ਫੈਸਲੇ ਉਹਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ। ਕੁਲਦੀਪ ਜੀ, ਜੇ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਤੇ ਸਭ ਦੇ ਮਨ 'ਚ ਇੱਕ ਸਵਾਲ ਆ ਵੀ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਦੀ ਜਿਹੜੀ ਗੱਲ ਆ ਉਹ ਕਿਸੇ ਤਣ ਪੱਤਣ ਲੱਗੂਗੀ ਕਿ ਨਹੀਂ? ਤੁਸੀਂ ਗੱਲ ਕੀਤੀ ਸੀ ਕਿ ਨਰਿੰਦਰ ਮੋਦੀ ਦਾ ਗ੍ਰਾਫ ਕੀ ਅੱਗੇ ਨਾਲੋਂ ਥੱਲੇ ਨੂੰ ਗਿਆ, ਤੇ ਗ੍ਰਾਫ ਦੀ ਥੱਲੇ ਦੀ ਗੱਲ ਹੈ ਸਰਕਾਰਾਂ ਨੇ ਕੰਮ ਕਰਨੇ ਹੁੰਦੇ ਨੇ। ਪੰਜਾਬ ਦੇ ਵਿੱਚ ਬਹੁਤ ਮੁੱਦੇ ਨੇ ਇਸ ਵੇਲੇ। ਕਿਸਾਨ ਅੰਦੋਲਨ ਠੀਕ ਹੈ, ਪੰਜਾਬੀਆਂ ਨੇ ਖੜਾ ਕੀਤਾ, ਪੰਜਾਬ ਨੇ ਕਿਸਾਨੀ ਦੇ ਵਿੱਚ ਦੇਸ਼ ਦੀ ਅਗਵਾਈ ਵੀ ਕੀਤੀ ਹੈ, ਸਿਰਮੌਰ ਸੂਬਾ ਬਣਿਆ, ਐਵੇਂ ਤਾਂ ਨਹੀਂ ਬਣਿਆ। ਲੋਕ ਅਗਾਂਹ ਵਧੂ ਨੇ, ਪਰ ਪੰਜਾਬ ਨੇ ਤਰੱਕੀ ਵੀ ਬਾਕੀਆਂ ਦੇ ਮੁਕਾਬਲੇ ਵੱਧ ਕੀਤੀ ਹੈ। ਕਈ ਵਾਰੀ ਪੰਜਾਬ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ, ਪਰ ਪੰਜਾਬੀਆਂ ਦਾ ਜੇਰੇ ਤੇ ਹੌਸਲੇ ਦਾ ਅਸੀਂ ਕੋਈ ਜਵਾਬ ਨਹੀਂ ਦੇ ਸਕਦੇ। ਹੁਣ ਪੰਜਾਬ ਨੂੰ ਇਹਨਾਂ ਸਾਰੀਆਂ ਗੱਲਾਂ ਦੇ ਚੱਲਦਿਆਂ ਕਈ ਮੁੱਦਿਆਂ ਤੇ ਜਿਹੜਾ ਪੰਜਾਬ ਹੈ ਉਹ ਜਿਹੜਾ ਪਿੱਛੇ ਹਟਦਾ ਜਾ ਰਿਹਾ, ਜਿਨ੍ਹਾਂ ਦੇ ਵਿੱਚ ਖੇਤੀ ਦੀ ਤਰੱਕੀ ਵੀ ਹੈ, ਜਾਂ ਕੋਵਿਡ ਨਾਲ ਨਜਿੱਠਣ ਦਾ ਮਸਲਾ ਹੈ, ਕਿਸਾਨ ਅੰਦੋਲਨ ਹੈ, ਹੋਰ ਬਹੁਤ ਸਾਰੇ, ਜਾਂ ਐਜੂਕੇਸ਼ਨ ਹੈ। ਪੰਜਾਬ ਦੀਆਂ ਆਪਣੀਆਂ ਲੋੜਾਂ ਨੇ। ਪੰਜਾਬ ਦੇ ਵਿੱਚ ਜਿਵੇਂ ਏਅਰਪੋਰਟਾਂ ਦਾ ਮਸਲਾ ਹੁੰਦਾ ਹੈ ਕਿ ਇੱਥੇ ਕੋਈ ਅੰਤਰਰਾਸ਼ਟਰੀ ਫਲਾਈਟਾਂ ਨਹੀਂ ਆਉਂਦੀਆਂ। ਸਰਕਾਰਾਂ ਕੋਲ ਬਹੁਤ ਸਾਰੇ ਕੰਮ ਹੁੰਦੇ ਨੇ, ਪਰ ਸਰਕਾਰਾਂ ਜੇ ਆਪਣੀ ਲੜਾਈ ਦੇ ਵਿੱਚ ਉਲਝੀਆਂ ਰਹਿਣ, ਖਾਸ ਤੌਰ ਤੇ ਜਦੋਂ ਅਗਲੀਆਂ ਇਲੈਕਸ਼ਨਾਂ ਦੇ ਵਿੱਚ 7-8 ਮਹੀਨੇ ਰਹਿੰਦੇ ਹੋਣ, ਤਾਂ ਫਿਰ ਮਾੜੀ ਗੱਲ ਹੈ। ਹੁਣ ਕਾਂਗਰਸ ਦੇ ਵਿੱਚ ਖਾਨਾ ਜੰਗੀ ਚੱਲ ਰਹੀ ਹੈ।
ਹਾਈ ਕਮਾਂਡ ਨੀਂਦ ਤੋਂ ਜਾਗ ਪਈ ਹੈ। ਜੀ। ਉਹਨਾਂ ਨੇ ਬੰਦੇ 2-3 ਭੇਜੇ ਸੀ, ਪਤਾ ਨਹੀਂ ਉਹਨਾਂ ਦਾ ਵਿਚਾਰਿਆਂ ਦਾ ਕੀ ਬਣਿਆ। ਉਹ ਨਹੀਂ ਪੰਜਾਬ ਆਉਣਾ ਸੀ, ਉਹ ਨਹੀਂ ਮੀਟਿੰਗਾਂ ਕਰਨੀਆਂ ਸੀ, ਕੀਤੀਆਂ ਨਹੀਂ ਕੀਤੀਆਂ, ਕਿਸੇ ਨੂੰ ਮਿਲੇ ਨਹੀਂ ਮਿਲੇ। ਜੀ। ਉਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਹਿੰਦੇ ਕਿ ਨਾਰਾਜ਼ ਆਗੂਆਂ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ। ਉਹਨਾਂ ਦੀ ਵੀ ਜਾਗ ਖੁੱਲੀ ਹੈ, ਪਤਾ ਨਹੀਂ ਛੁੱਟੀਆਂ 'ਤੇ ਕਿਤੇ ਗਏ ਹੋਏ ਸਨ ਨਾਨਕਾ ਨੂੰ, ਉਹ ਵੀ ਆ ਗਏ ਨੇ। ਤੇ ਹੁਣ ਦਿੱਲੀ ਤਲਬ ਕੀਤੇ ਗਏ ਨੇ 25-26 ਵਿਧਾਇਕ ਦੱਸੇ ਜਾਂਦੇ ਨੇ। ਉਹਨਾਂ ਨੂੰ ਸੱਦ ਕੇ ਬੁਲਾ ਕੇ ਉੱਥੇ ਕੌਣ ਕੀ ਆਖੇਗਾ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਨਵਜੋਤ ਸਿੱਧੂ ਦੇ ਵੀ ਪਹੁੰਚਣ ਦੀ ਉਮੀਦ ਹੈ। ਹੁਣ ਇਹ ਜਦੋਂ ਉੱਥੇ ਸਾਰੇ ਲੋਕ ਪਹੁੰਚ ਜਾਣਗੇ ਕਿ ਇਹ ਉਹੀ ਹਾਈ ਕਮਾਂਡ ਹੈ ਕਾਂਗਰਸ ਦੀ ਜੋ ਅੱਜ ਤੋਂ 25-30 ਸਾਲ ਪਹਿਲਾਂ ਹੋਇਆ ਕਰਦੀ ਸੀ, ਕਿ ਉੱਥੇ ਬੁਲਾ ਕੇ ਜਾਂ ਉੱਥੋਂ ਬੈਠੇ ਬੈਠੇ ਇੱਕ ਦਬਕਾ ਮਾਰਦੇ ਸਨ ਜਾਂ ਨੋਟਿਸ ਭੇਜਦੇ ਸਨ ਜਾਂ ਕਾਰਨ ਦੱਸੋ ਨੋਟਿਸ ਜਾਂ ਪਾਰਟੀ ਵਿਰੋਧੀ ਕਾਰਵਾਈਆਂ ਲਈ ਪਾਰਟੀ ਦੇ ਵਿੱਚੋਂ ਕੱਢ ਦਿੰਦੇ ਸਨ, ਭੰਗ ਕਰ ਦਿੰਦੇ ਸਨ। ਕਿ ਇੰਨੀ ਤਾਕਤ ਹੈ ਹਾਈ ਕਮਾਂਡ ਦੇ ਕੋਲ ਕਿ ਇਹੋ ਜਿਹਾ ਕੰਮ ਕਰ ਸਕਦੇ ਨੇ। ਇਹਨਾਂ ਆਗੂਆਂ ਨੂੰ ਕੀ ਕਹਿਣਗੇ? ਜਾਂ ਆਗੂਆਂ ਨੂੰ ਕੋਈ ਇਹੋ ਜਿਹੀ ਗੱਲ ਕਹਿਣਗੇ ਜਿਸ ਨਾਲ ਆਗੂ ਇਹ ਸ਼ਾਂਤ ਹੋ ਜਾਣਗੇ, ਜਾਂ ਉਹਨਾਂ ਨੂੰ ਸਮਝਾਉਣਗੇ ਬੁਝਾਉਣਗੇ ਕਿ ਜਾਂ ਦਬਕੇ ਨਾਲ ਗੱਲ ਕਰਨਗੇ। ਇਹ ਤੀਸਰੀ ਜਿਹੜੀ ਮੈਂ ਗੱਲ ਕੀਤੀ ਦਬਕੇ ਵਾਲੀ, ਇਹ ਗੱਲ ਬਿਲਕੁਲ ਵੀ ਸੰਭਵ ਨਹੀਂ ਲੱਗਦੀ, ਕਿਉਂਕਿ ਇੰਨਾ ਦਮ ਕਾਂਗਰਸ ਦੀ ਕੇਂਦਰੀ ਹਾਈ ਕਮਾਂਡ ਕੋਲ ਨਹੀਂ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਖੇਮੇ ਨੂੰ ਚੈਲੰਜ ਕਰਨ, ਜਾਂ ਨਵਜੋਤ ਸਿੰਘ ਸਿੱਧੂ ਖੇਮੇ ਨੂੰ, ਜਾਂ ਸੁਨੀਲ ਜਾਖੜ ਨੂੰ, ਪ੍ਰਤਾਪ ਸਿੰਘ ਬਾਜਵਾ ਨੂੰ। ਇਕੱਲੇ ਦੇ ਇਕੱਲੇ ਵਿਅਕਤੀ ਨੂੰ ਤਾਂ ਮਾੜਾ ਮੋਟਾ ਦਵਲ ਸਕਦੇ ਨੇ, ਪਰ ਇੰਨੇ ਵੱਡੇ ਘਾਗ ਸਿਆਸਤਦਾਨਾਂ ਨੂੰ, ਇਹਨਾਂ ਨੂੰ ਨੇਤਾਵਾਂ ਨੂੰ ਸਿੱਧਾ ਹੱਥ ਪਾਉਣਗੇ, ਇਸ ਗੱਲ ਬਾਰੇ ਸ਼ੰਕੇ ਬਣੇ ਰਹਿਣਗੇ। ਜੀ। ਆਲਮੀ ਮੁੱਦੇ ਕਿਸਾਨ ਅੰਦੋਲਨ ਦੀ ਵੀ ਗੱਲ ਕਰ ਲੈਂਦੇ ਆ। ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਤੇ ਕਿਸਾਨ ਆਗੂ ਇਸ ਵੇਲੇ ਆਮੋ ਸਾਹਮਣੇ ਖੜੇ ਨੇ। ਬਲਵੀਰ ਸਿੰਘ ਰਾਜੇਵਾਲ ਬਾਰੇ ਕੁਝ ਗਲਤ ਜਿਹਾ ਬੋਲ ਕੇ ਫਸ ਗਏ ਨੇ। ਸੁਰਜੀਤ ਕੁਮਾਰ ਜਿਆਣੀ ਜਿਨ੍ਹਾਂ ਨੇ ਪਹਿਲਾਂ ਇੱਕ ਵਾਰੀ ਗੱਲ ਸਿਆਣੀ ਕੀਤੀ ਸੀ ਕਿ ਜਦੋਂ ਉਹਨਾਂ ਨੇ ਕਿਹਾ ਸੀ ਕਿ ਕਿਸਾਨਾਂ ਦੀ ਗੱਲ ਵੀ ਸੁਣਨੀ ਚਾਹੀਦੀ ਹੈ, ਤੇ ਫਿਰ ਇਹ ਦਿੱਲੀ ਗਏ ਨੇ। ਜਿਹੜੀ ਗੱਲ ਮੈਂ ਪਹਿਲਾਂ ਕਰ ਰਿਹਾ ਸੀ ਕਿ ਕਾਂਗਰਸ ਹਾਈ ਕਮਾਂਡ ਜਿਹੜੀ ਹੈ ਇੰਨੀ ਸਟਰੋਂਗ ਨਹੀਂ ਹੈ, ਤੇ ਬੀਜੇਪੀ ਦੀ ਹਾਈ ਕਮਾਂਡ ਤੇ ਬਹੁਤ ਸਟਰੋਂਗ ਹੈ। ਇਹ ਮਿਲ ਕੇ ਆਏ ਨੇ ਉੱਥੇ, ਤੇ ਪਤਾ ਨਹੀਂ ਇਹਨਾਂ ਦੇ ਕੰਨ ਦੇ ਵਿੱਚ ਕਿਹੜੀ ਫੂਕ ਵੱਜੀ ਹੈ ਜਾਂ ਕਿਹੜਾ ਕਰੰਟ ਲੱਗਾ ਹੈ ਜਿਸ ਦੇ ਨਾਲ ਜਿਆਣੀ ਨੇ ਇੱਕਦਮ ਬਿਆਨ ਬਦਲੇ ਨੇ, ਤੇ ਉਹ ਉਖੜ ਕੇ ਪੈਂਦੇ ਨੇ ਜਦੋਂ ਮੀਡੀਆ ਵਾਲੇ ਜਾਂਦੇ ਨੇ, ਤੇ ਰਾਜਨੀਤਿਕ ਆਗੂਆਂ ਨੂੰ, ਦੂਸਰੀ ਪਾਰਟੀਆਂ ਦਿਆਂ ਨੂੰ ਤੇ ਕਿਸਾਨ ਆਗੂਆਂ ਨੂੰ ਪੈਂਦੇ ਨੇ। ਇਸੇ ਤਰ੍ਹਾਂ ਗਰੇਵਾਲ ਸਾਹਿਬ ਬੋਲਦੇ ਨੇ। ਹੁਣ ਇਹ ਸਾਰੇ ਜਿਹੜੇ ਇੱਕ ਧਿਰ ਪੰਜਾਬ ਦੇ ਵਿੱਚ ਬਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਜੇਪੀ ਆਪਣੇ ਤਰੀਕੇ ਨਾਲ ਜਿਹੜਾ ਹੈ ਕੋਈ ਆਪਣਾ ਇੱਕ ਹੋਂਦ ਨੂੰ ਬਣਾਏ ਰੱਖਣ ਲਈ ਜਾਂ ਕਿਸਾਨਾਂ ਦਾ ਵਿਰੋਧ ਜਾਰੀ ਰੱਖਣ ਲਈ ਇੱਕ ਧਿਰ ਬਣਨ ਦੀ ਕੋਸ਼ਿਸ਼ ਕਰਦੀ ਜਾ ਰਹੀ ਹੈ। ਉਸੇ ਤਹਿਤ ਹੀ ਸਾਰਾ ਕੁਝ ਹੋ ਰਿਹਾ। ਹੁਣ ਜਿਆਣੀ ਜਿਹੜਾ ਹੈ ਉਹਨਾਂ ਨੂੰ ਫਿਰ ਉਗਰਾਹਾਂ ਜਥੇਬੰਦੀ ਵੱਲੋਂ ਰਾਜੇਵਾਲ ਦੇ ਖਿਲਾਫ ਬੋਲਣ ਕਰਕੇ ਇਹ ਚੈਲੰਜ ਦਿੱਤਾ ਗਿਆ ਕਿ ਤੁਸੀਂ ਹੁਣ ਕਿਸੇ ਪਿੰਡ 'ਚ ਵੜ ਕੇ ਵਿਖਾਓ। ਮੋਗੇ ਦੇ ਵਿੱਚ ਵੀ ਇਹ ਘਟਨਾ ਹੋਈ ਕਿ ਇੱਕ ਹਸਪਤਾਲ ਦੇ ਵਿੱਚ ਬੀਜੇਪੀ ਦੇ ਕੁਝ ਆਗੂ ਮਾਸਕ ਵੰਡ ਰਹੇ ਸਨ, ਤੇ ਫਿਰ ਉਹੀ ਮਾਸਕ ਪਾ ਕੇ ਤੇ ਪਿਛਲੇ ਬੂਹੇ ਥਾਣੀ ਬਾਹਰ ਨਿਕਲ ਗਿਆ ਜਦੋਂ ਇਹ ਪਤਾ ਲੱਗਾ ਕਿ ਸਾਹਮਣੇ ਵਾਲੇ ਦਰਵਾਜ਼ੇ ਤੇ ਕਿਸਾਨ ਆਏ ਹੋਏ ਨੇ। ਹੁਣ ਵਿਰੋਧ ਥਾਂ ਤੇ ਹੋ ਰਿਹਾ। ਮੈਂ ਅਜੇ ਵੀ ਸਮਝਦਾ ਕਿ ਪੰਜਾਬ ਭਾਜਪਾ ਦੇ ਆਗੂਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇੰਨੇ ਲੋਕ ਬੈਠੇ ਹੋਏ ਮੁਜ਼ਾਹਰਿਆਂ ਤੇ ਧਰਨਿਆਂ ਤੇ ਸਾਲ ਹੋ ਗਿਆ। ਲੋਕਾਂ ਵਾਸਤੇ ਤਾਂ ਸਿਰਫ 6 ਮਹੀਨੇ ਲੱਗਦੇ ਨੇ, ਇਹ ਸਾਲ ਤੋਂ ਉੱਪਰ ਹੋ ਗਿਆ ਸਮਾਂ। ਤੇ ਇਹ ਕਮਲੇ ਨਹੀਂ ਨੇ, ਇਹਨਾਂ ਦੀ ਗੱਲ ਸੁਣਨੀ ਬਣਦੀ ਹੈ ਤੇ ਧਿਆਨ ਨਾਲ ਸੁਣਨੀ ਬਣਦੀ ਹੈ। ਕਦੇ ਉਹ ਕਹਿੰਦੇ ਨੇ ਯੈਸ ਔਰ ਨੋ ਨਾਲ ਗੱਲਬਾਤ ਨਹੀਂ ਹੁੰਦੀ, ਕਦੇ ਉਹ ਕਹਿੰਦੇ ਨੇ ਕਿ ਦੇਖੋ ਜੀ ਇਹ ਕਾਨੂੰਨ ਵਾਪਸ ਨਹੀਂ ਹੋ ਸਕਦੇ, ਜੋ ਮਰਜ਼ੀ ਕਰ ਲਓ, ਜਾਓ ਨਹੀਂ ਕਰਨੇ, ਇਹ ਇਕੱਲੇ ਪੰਜਾਬ ਦਾ ਹੀ ਹੈ, ਇਹ ਸਿੱਖਾਂ ਦਾ ਹੀ ਆ, ਇਹਦੇ ਵਿੱਚ ਹੋਰ ਕੌਣ। ਇਹੋ ਜਿਹੀਆਂ ਗੱਲਾਂ ਕਰਨੀਆਂ ਵਾਜਬ ਨਹੀਂ। ਉਹਨਾਂ ਨੂੰ ਬਿਲਕੁਲ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਖੁਦ ਕਿਸਾਨ ਨੇ ਬਹੁਤ ਵੱਡੇ, ਉਹਨਾਂ ਨੂੰ ਸਾਰੀਆਂ ਸਮੱਸਿਆਵਾਂ ਦਾ ਇਹਨਾਂ ਦਾ ਪਤਾ ਹੋਣਾ ਚਾਹੀਦਾ ਤੇ ਤਾਂ ਉਹਨਾਂ ਨੂੰ ਕੋਈ ਗੱਲ ਕਰਨੀ ਚਾਹੀਦੀ ਹੈ। ਸੁਰਜੀਤ ਕੁਮਾਰ ਜਿਆਣੀ ਬਚਕਾਨਾ ਗੱਲਾਂ ਕਰ ਰਹੇ ਨੇ, ਇਸ ਗੱਲ ਤੋਂ ਉਹਨਾਂ ਨੂੰ ਬਚਣਾ ਚਾਹੀਦਾ। ਪੰਜਾਬ ਦੇ ਵਿੱਚ ਜੇ ਇਸ ਤਰ੍ਹਾਂ ਦੀ ਆਪਸੀ ਭਾਈਬੰਦੀ ਦੇ ਵਿੱਚ ਕੋਈ ਦਰਾੜ ਆਉਂਦੀ ਹੈ, ਇਸ ਵਾਸਤੇ ਜ਼ਿੰਮੇਵਾਰ ਭਾਜਪਾ ਦੇ ਆਗੂ ਹੋਣਗੇ। ਜੀ ਕੁਲਦੀਪ ਜੀ, ਸਵਾਮੀ ਰਾਮਦੇਵ ਨੂੰ ਇਸ ਵੇਲੇ ਵਿਵਾਦਿਤ ਟਿੱਪਣੀਆਂ ਕਰਕੇ ਮੀਡੀਆ 'ਚ ਛਾਏ ਰਹਿਣ ਦਾ ਬਹੁਤ ਮਾਂ ਚੜਿਆ ਹੋਇਆ। ਕਦੇ ਕੁਛ ਕਹਿ ਦਿੰਦੇ ਨੇ, ਕਦੇ ਕੁਛ ਕਹਿ ਦਿੰਦੇ ਨੇ, ਟਲਦੇ ਨਹੀਂ। ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਗੱਲ ਆਖੀ ਸੀ ਨੇ ਕਿ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰੋ, ਉਹ ਇਸ ਕਰਕੇ ਸਵਲੀਨ ਆਖੀ ਸੀ ਕਿ ਇਸ ਸਰਕਾਰ ਨੇ ਨਿਯਮ ਬਣਾਇਆ ਹੋਇਆ ਸੀ ਕਿ ਜਿਹੜਾ ਵਿਅਕਤੀ ਭਰਮ ਪੈਦਾ ਕਰੂਗਾ ਕੋਵਿਡ ਦੇ ਇਲਾਜ ਪ੍ਰਤੀ ਜਾਂ ਕੋਵਿਡ ਦੇ ਟੀਕਿਆਂ ਪ੍ਰਤੀ, ਉਸ ਤੇ ਦੇਸ਼ ਧਰੋਹ ਦਾ ਮੁਕੱਦਮਾ ਚਲਾਇਆ ਜਾਵੇ। ਬਿਲਕੁਲ। ਤੇ ਭਰਮ ਫਿਰ ਫੈਲਾਇਆ ਕਿਸ ਨੇ? ਪਹਿਲਾਂ ਸ਼ੁਰੂ 'ਚ ਕੁਝ ਆਗੂਆਂ ਨੇ ਗੱਲ ਕੀਤੀ ਸੀ, ਇੱਥੋਂ ਤੱਕ ਕਿ ਕਾਂਗਰਸ ਦੇ ਇੱਕ ਆਗੂ ਨੇ ਇਹ ਗੱਲ ਆਖ ਦਿੱਤੀ ਕਿ ਮੈਂ ਇਹ ਬੀਜੇਪੀ ਵਾਲਾ ਟੀਕਾ ਨਹੀਂ ਲਵਾਉਣਾ, ਮਰਦਾ ਤਾਂ ਮਰ ਜਾਵਾਂ ਭਾਵੇਂ। ਇਹਨਾਂ ਗੱਲਾਂ ਤੋਂ ਥੋੜ੍ਹਾ ਜਿਹਾ ਮੋੜਨ ਦੀ ਲੋੜ ਸੀ। ਭਾਜਪਾ ਦਾ ਇੱਕ ਆਗੂ ਨੇ ਪੰਜਾਬ ਵਿੱਚ ਇਹ ਗੱਲ ਆਖੀ ਕਿ ਦੇਖੋ ਜੀ ਕਿ ਇਹ ਜਿਹੜਾ ਜਿੰਨੀ ਦੇਰ ਤੱਕ ਨਰਿੰਦਰ ਮੋਦੀ ਦੀ ਸਰਟੀਫਿਕੇਟ ਤੇ ਫੋਟੋ ਆ, ਮੈਂ ਟੀਕਾ ਨਹੀਂ ਲਵਾਉਣਾ, ਤੇ ਜਦੋਂ ਚੋਣ ਜਾਬਤਾ ਲੱਗੂਗਾ ਉਦੋਂ ਫਿਰ ਫੋਟੋ ਨਹੀਂ ਲਾ ਸਕਦੇ, ਮੈਂ ਉਦੋਂ ਟੀਕਾ ਲਵਾ ਲਊਂਗਾ। ਇਹ ਗੱਲਾਂ ਵੀ ਸਾਹਮਣੇ ਆਈਆਂ। ਉਹ ਫੋਟੋ ਲਾਉਣੀ ਵੀ ਗਲਤ ਸੀ, ਤੇ ਪਰ ਟੀਕਾ ਤਾਂ ਚਲੋ ਲਵਾਉਣਾ ਹੀ ਹੈ। ਹੁਣ ਟੀਕਾ ਲਵਾਉਣ ਪ੍ਰਤੀ ਲੋਕਾਂ ਨੂੰ ਗੁੰਮਰਾਹ ਕਰਨਾ ਇਹ ਗੁਨਾਹ ਹੈ, ਤੇ ਬਾਬਾ ਰਾਮਦੇਵ ਕਰ ਨਹੀਂ ਰਹੇ, ਉਹ ਕਰ ਰਹੇ ਨੇ, ਪੱਕੇ ਤੌਰ ਤੇ ਕਰ ਰਹੇ ਨੇ। ਹੁਣ ਫੇਰ ਉਹਨਾਂ ਨੇ ਕਹਿ ਦਿੱਤਾ ਕਿ ਦੇਖੋ ਜੀ ਇਹ ਕੋਵਿਸ਼ੀਲਡ ਤੇ ਕੋਵੈਕਸਿਨ ਜਿਹੜੇ ਮੈਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਹੈ, ਮੇਰੇ ਕੋਲ ਯੋਗਾ ਹੈ ਤੇ ਆਯੁਰਵੇਦ ਹੈ, ਮੈਂ ਇਹਨਾਂ ਦੇ ਸਹਾਰੇ ਨਾਲ ਮੇਰੇ ਕੋਲ ਡਬਲ ਪ੍ਰੋਟੈਕਸ਼ਨ ਹੈ।
ਕਦੇ ਉਹ ਕਹਿੰਦੇ ਨੇ ਕਿ ਮੈਂ ਇੰਨੇ ਐਲੋਪੈਥੀ ਦੇ ਡਾਕਟਰਾਂ ਨੂੰ ਜਿਹੜਾ ਹੈ ਉਹ ਬਦਲ ਕੇ ਆਯੁਰਵੈਦ ਦੇ ਵਿੱਚ ਲੈ ਆਉਣਾ। ਦੇਖਿਓ ਤੁਸੀਂ 1000 ਡਾਕਟਰ ਲੈ ਆਉਣਾ। ਕਦੇ ਉਹ ਇੱਕ ਜਗ੍ਹਾ ਤੇ ਲੰਬੇ ਪਏ ਨੇ, ਯੋਗਾ ਕਰਾ ਰਹੇ ਨੇ, ਲੋਕਾਂ ਨੂੰ ਮਾਈਕ ਦੇ ਵਿੱਚ ਬੋਲੀ ਜਾ ਰਹੇ ਨੇ। ਉਹ ਪਤਾ ਨਹੀਂ ਲੱਗਦਾ ਕਿ ਬਾਬਾ ਰਾਮਦੇਵ ਨੇ ਕਿ ਕੌਣ ਨੇ। ਉਹ ਇਹ ਵੀ ਕਹਿ ਰਹੇ ਨੇ ਕਿ 90% ਲੋਕ ਜਿਹੜੇ ਯੋਗਾ ਨਾਲ ਬਚੇ ਨੇ, ਸਿਰਫ 10% ਲੋਕਾਂ ਨੂੰ ਡਾਕਟਰ ਬਚਾ ਸਕੇ। ਹਾਂਜੀ, ਇਹ ਵੀ ਕਹਿੰਦੇ ਨੇ ਕਿ ਐਲੋਪੈਥੀ 100% ਜਿਹੜੀ ਆ ਇਲਾਜ ਨਹੀਂ ਕਰ ਰਹੇ। ਸਾਰੀਆਂ ਮਨ ਘੜਤ ਬੇਥਵੀਆਂ ਗੱਲਾਂ ਜਿਹੜੀਆਂ ਬਾਬਾ ਰਾਮਦੇਵ ਇਸ ਵੇਲੇ ਕਰ ਰਹੇ ਨੇ, ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀਆਂ ਕੁਝ ਸ਼ਾਖਾਵਾਂ ਵੱਲੋਂ ਉਹਨਾਂ ਦਾ 1 ਤਰੀਕ ਨੂੰ ਉਹਨਾਂ ਦੇ ਖਿਲਾਫ ਮੁਜ਼ਾਹਰੇ ਜਿਹੜੇ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ। ਬਾਬਾ ਰਾਮਦੇਵ, ਮੈਂ ਅਜੇ ਵੀ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਬਾਬਾ ਜੀ ਚੁੱਪ ਰਹੋ ਤੇ ਭਰਮ ਲੋਕਾਂ ਵਿੱਚ ਨਾ ਫੈਲਾਓ। ਤੁਹਾਡੀ ਦਵਾਈ ਜੇ ਕੋਈ ਖਾਣੀ ਚਾਹੁੰਦਾ ਤੇ ਉਹਨੂੰ ਦੇ ਦਿਓ। ਜੇ ਕਿਸੇ ਦਾ ਇਲਾਜ ਐਲੋਪੈਥੀ ਕਰ ਰਹੀ ਹੈ, ਇੰਨੇ ਕਰੋੜਾਂ ਲੋਕ ਨੇ, ਤੁਹਾਡੀ ਦਵਾਈ ਖਰੀਦਣ ਵਾਲੇ ਵੀ ਬਹੁਤ ਨੇ, ਉਹ ਖਰੀਦੀ ਜਾਣਗੇ। ਪਤੰਜਲੀ ਦੇ ਸਟੋਰ ਤੁਸੀਂ ਖੁੱਲੇ ਰੱਖੋ, ਵੇਚੀ ਜਾਓ, ਕੋਰੋਨਿਲ ਤੇ ਗਊਮੂਤਰ ਜਿਹਨੂੰ ਵੇਚਣਾ। ਪਰ ਜੋ ਇੰਡੀਅਨ ਮੈਡੀਕਲ ਐਸੋਸੀਏਸ਼ਨ, ਸਾਡੇ ਸਾਇੰਸਦਾਨ, ਸਾਡੇ ਡਾਕਟਰ, ਇਹ ਸਾਡੇ ਮਾਣਮੱਤੇ ਲੋਕ ਨੇ, ਜਿਨ੍ਹਾਂ ਨੇ ਜਦੋਂ ਲੋਕ ਅੰਦਰਾਂ ਦੇ ਵਿੱਚ ਵੜੇ ਹੋਏ ਸਨ ਤੇ ਮੋਹਰੇ ਨਿਕਲ ਕੇ ਕੰਮ ਕੀਤਾ, ਜਾਨਾਂ ਗਵਾਈਆਂ ਨੇ, ਨੌਜਵਾਨ ਡਾਕਟਰ ਮਾਰੇ ਗਏ ਨੇ। ਇਹ ਲੜਾਈ ਨਾਲ ਐਵੇਂ ਨਜਿੱਠਿਆ ਜਾਂਦਾ ਹੈ। ਇਸ ਤਰ੍ਹਾਂ ਨਹੀਂ ਕਿ ਅਸੀਂ ਫਲਾਨੀ ਜਗ੍ਹਾ ਤੋਂ ਕੋਈ ਬੂਟੀ ਲੈ ਆਂਦੀ ਹੈ ਤੇ ਉਹ ਘੋਲ ਕੇ ਅਸੀਂ ਪਿਆ ਦੇਣੀ ਹੈ ਤੇ ਉਹਦੇ ਨਾਲ ਠੀਕ ਹੋ ਜਾਣਾ। ਇਦਾਂ ਨਹੀਂ ਬਾਬਾ ਰਾਮਦੇਵ ਜੀ ਠੀਕ ਹੋਣ ਲੱਗੇ। ਕੁਲਦੀਪ ਜੀ, ਇਹ ਮੂੰਹ ਪਾੜ ਗੱਲਾਂ ਕਰੀ ਜਾਂਦੇ, ਕਿਸੇ ਦਾ ਤਾਂ ਸਪੋਰਟ ਹੋਊਗਾ ਇਹਨਾਂ ਦੇ ਪਿੱਛੇ? ਬਿਲਕੁਲ ਹੈ, ਸਪੋਰਟ ਹੁੰਦਾ ਹੈ। ਇਹ ਗੱਲਾਂ ਚਲੋ ਹੌਲੀ ਹੌਲੀ ਨਿਕਲ ਕੇ ਸਾਹਮਣੇ ਆਉਣਗੀਆਂ, ਪਰ ਬਾਬਾ ਰਾਮਦੇਵ ਹਾਲ ਦੀ ਘੜੀ ਮੂੰਹ ਬੰਦ ਰੱਖਣ ਤੇ ਜ਼ਿਆਦਾ ਬੈਟਰ ਹੈ। ਜੀ ਕੁਲਦੀਪ ਜੀ, ਤੁਸੀਂ ਸਟੂਡੀਓ 'ਚ ਆਏ ਤੇ ਆਪਣੇ ਵਿਚਾਰਾਂ ਦੀ ਸਾਂਝ ਸਾਡੇ ਦਰਸ਼ਕਾਂ ਦੇ ਨਾਲ ਪਾਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਬਹੁਤ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।